ਸਤਿ ਸ਼੍ਰੀ ਅਕਾਲ ਸਾਰੇ ਫਰੈਂਡ ਜਿਹੜੇ ਕਿ ਬਾਹਰ ਆਸਟ੍ਰੇਲੀਆ ਵਗੈਰਾ ਦੂਰ ਦੂਰ ਦੇ ਜਿਹੜੇ ਸੱਤ ਸਮੁੰਦਰ ਪਾਰ ਬੈਠੇ ਨੇ, ਉਹਨਾਂ ਲਈ ਇੱਕ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਚੜ੍ਹਿਆ। ਮੇਰੇ ਲਈ ਵੀ, ਉਹਨਾਂ ਲਈ ਵੀ। ਬਹੁਤ ਚਿਰਾਂ ਤੋਂ ਜਿਨ੍ਹਾਂ ਵੀਰਾਂ ਦੀ ਡਿਮਾਂਡ ਸੀਗੀ, ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਸਵਰਨ ਸਿਵੀਆ, ਜਿਨ੍ਹਾਂ ਦਾ ਕਿ ਅਮਰ ਸਿੰਘ ਚਮਕੀਲੇ ਦੇ ਧਾਰਮਿਕ ਜਦੋਂ ਰਿਕਾਰਡ ਹੋਏ, ਜਿਨ੍ਹਾਂ ਦਾ ਕਿ ਬਹੁਤ ਵੱਡਾ ਉਹਦੇ ਵਿੱਚ ਹੱਥ ਸੀਗਾ, ਵੀ ਉਹਨਾਂ ਦੇ ਸਾਨੂੰ ਦਰਸ਼ਨ ਕਰਵਾਏ ਜਾਣ, ਵੀ ਉਹ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ, ਕਿੱਥੇ ਰਹਿ ਰਹੇ ਨੇ। ਸੋ ਅੱਜ ਇੱਕ ਸੁਭਾਗਾ ਦਿਨ ਬਣਿਆ। ਉਹਨਾਂ ਨਾਲ ਸਾਡਾ ਅੱਜ ਮੇਲ ਹੋਇਆ, ਲੁਧਿਆਣੇ ਅਸੀਂ ਆਏ, ਉਹਨਾਂ ਨੇ ਸਾਨੂੰ ਟਾਈਮ ਦਿੱਤਾ। ਮੈਂ ਸਾਰੇ ਵੀਰਾਂ ਨੂੰ ਇੱਕ ਵਾਰੀ ਫੇਰ ਇਹ ਦੱਸ ਦੇਣਾ ਚਾਹੁੰਦਾ ਵੀ ਜਿਨ੍ਹਾਂ ਦੇ ਹੁਣ ਮੈਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਿਹਾ, ਤੁਹਾਡੀ ਬਹੁਤ ਚਿਰਾਂ ਤੇ ਜਿਹੜੀ ਮੰਗ ਸੀਗੀ ਵੀ ਸਵਰਨ ਸਿਵੀਆ ਯਾਰ ਦਿਖਾਓ ਬਾਰ-ਬਾਰ, ਮੈਂ ਤੁਹਾਨੂੰ ਅੱਜ ਉਹਨਾਂ ਦਰਸ਼ਨ ਕਰਵਾਉਣ ਜਾ ਰਿਹਾ। ਪਰ ਇੱਕ ਗੱਲ ਨਾਲ ਇਹ ਗੱਲ ਕਹਿਣੀ ਵੀਰੋ ਜ਼ਰੂਰ ਚਾਹਾਂਗਾ ਵੀ ਐਪਰੀਸ਼ੀਏਟ ਕਰਦੇ ਰਿਹਾ ਕਰੋ, ਕਿਉਂਕਿ ਅਸੀਂ ਸਵਰਨ ਸਿਵੀਆ ਭਾਜੀ ਦਾ ਵੀ ਨੰਬਰ ਦੇਣਾ ਥੱਲੇ ਵੀਡੀਓ ਥੱਲੇ। ਜੇ ਤੁਸੀਂ ਫੋਨ ਕਰੋਗੇ ਤਾਂ ਉਹਦੇ ਨਾਲ ਸਾਨੂੰ ਵੀ ਖੁਸ਼ੀ ਮਿਲਦੀ ਹੈ, ਔਰ ਜਿਹੜਾ ਬੰਦੇ ਨੂੰ ਅਸੀਂ ਸ਼ੂਟ ਕਰ ਰਹੇ ਹਾਂ ਜਾਂ ਇੰਟਰਵਿਊ ਕਰ ਰਹੇ ਹਾਂ, ਉਹਨਾਂ ਦੇ ਨਾਲ ਉਹਨਾਂ ਲੋਕਾਂ ਨੂੰ ਵੀ ਹੌਸਲਾ ਮਿਲਦਾ ਹੈ ਵੀ ਹਾਂ ਸਾਡੇ ਘਰੇ ਬੰਦੇ ਆਏ ਸੀ, ਉਹ ਫਰੋਡ ਨਹੀਂ ਸੀਗੇ, ਜਾਂ ਜੋ ਵੀ ਸਾਡੀ ਗੱਲ ਅਸੀਂ ਕਹਿਣੀ ਚਾਹੁੰਦੇ ਸੀ ਲੋਕਾਂ ਤੱਕ, ਉਹ ਸਾਡੀ ਗੱਲ ਲੋਕਾਂ ਤੱਕ ਜਾ ਰਹੀ ਹੈ। ਹੁਣ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਸ੍ਰੀ ਸਵਰਨ ਸਿਵੀਆ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਜੀ, ਸਭ ਤੋਂ ਪਹਿਲਾਂ ਤੁਸੀਂ ਆਪਦੀ ਜ਼ਿੰਦਗੀ ਬਾਰੇ, ਤੁਸੀਂ ਕਦੋਂ ਸ਼ੁਰੂ ਕੀਤਾ, ਚਮਕੀਲਾ ਭਾਜੀ ਨਾਲ ਤੁਹਾਡੇ ਨੇੜਤਾ ਕਿਸ ਤਰ੍ਹਾਂ ਬਣੀ, ਇਹ ਸਾਡੇ ਭਾਜੀ ਨੂੰ ਦੱਸੋ। ਜਾਂ ਚਮਕੀਲਾ ਬਾਰੇ ਤੁਹਾਡੇ ਕੀ ਖਿਆਲਾਤ ਨੇ, ਸ਼ੇਅਰ ਰਾਹੀਂ ਜਾਂ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਸਾਡੇ ਵੀਰਾਂ ਦੇ ਨਜ਼ਰ ਕਰੋ। ਸਭ ਤੋਂ ਪਹਿਲਾਂ ਦੁਨੀਆ ਦੀ ਮਹਾਨ ਹਸਤੀ ਸਰਦਾਰ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਉਹਨਾਂ ਦੇ ਬਾਰੇ ਵਿੱਚ ਮੈਂ ਬਹੁਤ ਕੁਝ ਲਿਖਿਆ, ਪਰ ਇੱਕ ਛੋਟੇ ਜਿਹੇ ਸ਼ੇਅਰ ਰਾਹੀਂ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ, ਉਹਨਾਂ ਦੇ ਸਾਗਰ ਨੂੰ ਗਾਗਰ ਦੇ ਵਿੱਚ ਜਿੱਦਾਂ ਸਮੋਇਆ, ਸ਼ੇਅਰ ਰਾਹੀਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਲੁਧਿਆਣੇ ਸ਼ਹਿਰ ਦੇ ਕੋਲ ਪਿੰਡ ਦੁੱਗਰੀ ਦੇ ਵਿੱਚ ਪੁੱਤਰ ਜਨਮਿਆ ਅਤੀ ਸਰੀਲਾ ਲੋਕੋ, ਹਰੀ ਸਿੰਘ ਦਾ ਲਾਡਲਾ ਧਨੀ ਰਾਮ, ਕੁੜੀਆਂ ਵਾਂਗਰ ਸੀ ਪਹਿਲਾਂ ਸ਼ਰਮੀਲਾ ਲੋਕੋ। ਬੇਤਾਜ ਉਹ ਬਾਦਸ਼ਾਹ ਦੁਗਾਣਿਆਂ ਦਾ, ਸ਼ੇਰ ਵਰਗੀ ਗਰਜ ਸੀ ਆਵਾਜ਼ ਅੰਦਰ, ਬਾਦਕ ਤੁੰਬੀ ਦਾ ਸਿਰੇ ਦਾ ਸੀ ਲਿਖਾਰੀ, ਅਮਰ ਸਿਵੀਆ ਅਮਰ ਸਿੰਘ ਚਮਕੀਲਾ ਲੋਕੋ। ਵਾਹ ਜੀ ਵਾਹ, ਧੰਨਵਾਦ, ਬਹੁਤ। ਅਮਰ ਸਿੰਘ ਚਮਕੀਲੇ ਦਾ ਜਨਮ ਜੁਲਾਈ 1961 ਦੇ ਵਿੱਚ ਪਿੰਡ ਦੁੱਗਰੀ ਨਜ਼ਦੀਕ ਸ਼ਹਿਰ ਲੁਧਿਆਣਾ ਵਿਖੇ ਹੋਇਆ ਸੀ। ਅਮਰ ਸਿੰਘ ਚਮਕੀਲੇ ਦੇ ਪਿੰਡ ਦੁੱਗਰੀ ਵਿੱਚ ਕੁਦਰਤਨ ਮੇਰੀਆਂ ਦੋ ਭੂਆ ਰਹਿੰਦੀਆਂ ਸਨ, ਜਿਸ ਕਰਕੇ ਮੈਂ ਅਮਰ ਸਿੰਘ ਚਮਕੀਲੇ ਨੂੰ ਬਚਪਨ ਤੋਂ ਜਾਣਦਾ ਰਿਹਾ। ਜਦੋਂ ਉਹ ਪੂਰਨ ਭਗਤ ਅਤੇ ਗੁਰੂ ਰਵਿਦਾਸ ਦੇ ਡਰਾਮੇ ਕਰਦਾ ਸੀ, ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਮੁੰਡਾ ਕਿਸੇ ਦਿਨ ਦੁਨੀਆ ਦਾ ਸੁਪਰਸਟਾਰ ਬਣ ਜਾਵੇਗਾ। ਸਮੇਂ ਦੇ ਪੈਣ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਸਰੂਫ ਹੋ ਗਏ, ਚਮਕੀਲਾ ਆਪਣੀ ਜ਼ਿੰਦਗੀ ਦੇ ਵਿੱਚ ਮਸਰੂਫ ਹੋ ਗਿਆ। ਘਰ ਦੇ ਵਿੱਚ ਅਤੀ ਗਰੀਬੀ ਹੋਣ ਦੇ ਕਾਰਨ ਕਰਕੇ ਅਮਰ ਸਿੰਘ ਚਮਕੀਲਾ ਲੁਧਿਆਣੇ ਫਲੈਟ ਦਾ ਕੰਮ ਕਰਨ ਲੱਗ ਪਿਆ, ਅਤੇ ਉਸ ਦੀ ਸੰਗਤ ਫਿਰ ਦੁਨੀਆ ਦੀ ਦੁਗਾਣਾ ਜੋੜੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਸੀਮਾ ਦੇ ਨਾਲ ਹੋਈ। ਉਹਨਾਂ ਕੋਲ ਜਾ ਕੇ ਅਮਰ ਸਿੰਘ ਚਮਕੀਲੇ ਨੇ ਸਟੇਜ ਕੌਨਫੀਡੈਂਸ ਲਿਆ, ਅਤੇ 5-6 ਸਾਲ ਅਮਰ ਸਿੰਘ ਚਮਕੀਲਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ। ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣੀ ਪੜ੍ਹਾਈ ਦੇ ਵਿੱਚ ਮਸਰੂਫ ਸੀ, ਅਤੇ ਜਦੋਂ ਮੈਂ ਕਾਲਜ ਲਾਈਫ ਦੇ ਵਿੱਚ ਗਿਆ ਤਾਂ ਅਮਰ ਸਿੰਘ ਚਮਕੀਲਾ ਸੁਰਿੰਦਰ ਸ਼ਿੰਦੇ ਦੇ ਖੇਮੇ ਵਿੱਚ ਆ ਚੁੱਕਿਆ ਸੀ, ਅਤੇ ਸੁਰਿੰਦਰ ਸ਼ਿੰਦੇ ਦੇ ਨਾਲ ਅਮਰ ਸਿੰਘ ਚਮਕੀਲੇ ਨੂੰ ਬਹੁਤ ਹੀ ਚੜ੍ਹਾਈ ਹਾਸਲ ਹੋਈ। ਕੁਦਰਤਨ ਸੁਰਿੰਦਰ ਸ਼ਿੰਦਾ ਬੀਬਾ ਗੁਲਸ਼ਨ ਕੋਮਲ ਦੇ ਨਾਲ ਫੋਰਨ ਦੇ ਟੂਰ 'ਤੇ ਚਲੇ ਗਿਆ, ਅਤੇ ਉਸ ਤੋਂ ਬਾਅਦ ਸੁਰਿੰਦਰ ਸੋਨੀਆ ਨੇ ਅਮਰ ਸਿੰਘ ਚਮਕੀਲੇ ਦੇ ਨਾਲ ਪਹਿਲਾ EP ਰਿਕਾਰਡ ਕਰਾਇਆ, ਟਕੂਏ ਦਾ ਟਕੂਆ ਖੜ ਕੇ, ਜਿਸ ਦੇ ਨਾਲ ਇਸ ਦੁਗਾਣਿਆਂ ਦੇ ਬੇਤਾਜ ਬਾਦਸ਼ਾਹ ਦਾ ਇੱਕ ਸਾਹਿਤਕ ਜਨਮ ਹੋਇਆ, ਅਤੇ ਦੁਨੀਆ ਨੇ ਉਸ EP ਨੂੰ ਇੰਨਾ ਸਲਾਇਆ ਕਿ ਅਗਲਾ ਹੀ EP ਬਾਪੂ ਸਾਡਾ ਗੁੰਮ ਹੋ ਗਿਆ ਫਿਰ ਇਸੇ ਜੋੜੀ ਦੀ ਆਵਾਜ਼ ਦੇ ਵਿੱਚ ਦੁਨੀਆ ਦੇ ਸਾਹਮਣੇ ਆਇਆ। ਅਤੇ ਉਸ ਤੋਂ ਬਾਅਦ ਚਮਕੀਲੇ ਨੇ ਦੁਗਾਣਿਆਂ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਫਿਰ LP ਰਿਕਾਰਡ ਆਏ, ਕਿੰਨੇ LP ਰਿਕਾਰਡ ਆਏ। ਉਸ ਤੋਂ ਬਾਅਦ ਜਦੋਂ ਚਮਕੀਲੇ ਦੀ ਚੜ੍ਹਾਈ ਦੁਨੀਆ ਦੇ ਉੱਤੇ ਧਰੂਵ ਤਾਰੇ ਵਾਂਗ ਹੋ ਗਈ, ਅਤੇ ਸੂਰਜ ਅਤੇ ਚੰਦ ਵਾਂਗੂ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਲਿਸ਼ਕਣ ਲੱਗਿਆ, ਤਾਂ ਇਸ ਦੀ ਚੜ੍ਹਾਈ ਕਲਾਕਾਰਾਂ ਤੋਂ ਜਰੀ ਨਾ ਗਈ। ਤਾਂ ਚਮਕੀਲੇ ਦੇ ਉੱਤੇ ਲੋਕਾਂ ਨੇ ਲੱਚਰ ਹੋਣ ਦੇ
ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ, ਜਦੋਂ ਕਿ ਜੇ ਅੱਜ ਦੇ ਪੈਮਾਨੇ ਦੇ ਨਾਲ ਲੱਚਰਤਾ ਦੇਖੀਏ ਤਾਂ ਚਮਕੀਲਾ ਆਟੇ ਦੇ ਵਿੱਚੋਂ ਨਮਕ ਵੀ ਲੱਚਰ ਨਹੀਂ ਸੀ, ਕਿਉਂਕਿ ਜੋ ਅਸੀਂ ਅੱਜ ਸਕਰੀਨ ਦੇ ਉੱਤੇ ਦੇਖਦੇ ਹਾਂ, ਜੋ ਗਾਇਆ ਜਾਂਦਾ ਤੇ ਜੋ ਫਿਲਮਾਇਆ ਜਾਂਦਾ, ਚਮਕੀਲਾ ਉਸ ਦੇ ਬਿਲਕੁਲ ਉਲਟ ਸੀ। ਚਮਕੀਲੇ ਨੇ ਜ਼ਿੰਦਗੀ ਦੇ ਸਾਰਥਕ ਰੂਪ ਨੂੰ ਲੋਕਾਂ ਦੇ ਸਾਹਮਣੇ ਬਿਆਨਿਆ, ਉਸ ਦੇ ਵਿੱਚ ਰੱਤੀ ਭਰ ਵੀ ਲੱਚਰਤਾ ਨਹੀਂ ਸੀ। ਸਿਵਿਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ, ਕਿਉਂਕਿ ਬਾਹਰੋਂ ਲੋਕ ਬਹੁਤ ਬੇਸਬਰੀ ਨਾਲ ਤੁਹਾਡੀਆਂ ਗੱਲਾਂ ਸੁਣਨ ਦੇ ਉਡੀਕਵਾਨ ਨੇ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣੇ ਪਰਿਵਾਰ ਬਾਰੇ ਦੱਸੋ ਵੀ ਤੁਸੀਂ ਕਿੱਥੇ ਰਹਿ ਰਹੇ ਹੋ ਔਰ ਤੁਹਾਡਾ ਪਿੱਛਾ ਪਿੰਡ ਕਿਹੜਾ ਹੈ? ਹਾਂਜੀ। ਮੈਂ ਜੀ ਪਿੰਡ ਉਪਲਾ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲਾ। ਪੁਰਾਣਾ ਸਾਡੇ ਬਜ਼ੁਰਗਾਂ ਦਾ ਪਿੰਡ ਰਾਏਕੋਟ ਕੋਲੇ ਫਤਿਹਗੜ੍ਹ ਸੀਗੀਆਂ ਸੀ, ਤੇ ਸਾਡੇ ਬਜ਼ੁਰਗਾਂ ਨੂੰ ਜ਼ਮੀਨ ਅਲਾਟ ਹੋ ਕੇ ਇੱਥੇ ਪਿੰਡ ਉਪਲਾਂ ਦੇ ਵਿੱਚ, ਜੋ ਕਿ ਮਾਛੀਵਾੜਾ ਘੁਆੜਾ ਰੋਡ ਦੇ ਉੱਤੇ ਪਿੰਡ ਪੈਂਦਾ, ਉੱਥੇ ਅਲਾਟ ਹੋਈ ਸੀ ਜੀ। ਉੱਥੇ ਹੀ ਅਸੀਂ ਸਰਦਾਰ ਤਾਰਾ ਸਿੰਘ ਦੇ ਘਰ ਮੇਰਾ ਜਨਮ ਹੋਇਆ। 5 ਭਰਾ ਸੀ। ਕਰਨੈਲ ਸੀ ਜਿਹੜਾ ਗੀਤ ਲਿਖਦਾ, ਉਹ ਮੇਰੇ ਤੋਂ ਚੌਥੇ ਨੰਬਰ ਤੇ ਆ। ਉਹ ਚੌਥੇ ਨੰਬਰ ਤੇ? ਹਾਂਜੀ, ਉਹ ਮੇਰੇ ਤੋਂ ਚੌਥੇ ਨੰਬਰ ਤੇ ਆ। ਤੇ ਮੈਂ ਮਿਡਲ ਤੱਕ ਆਪਣੇ ਪਿੰਡ ਮਿਡਲ ਸਕੂਲ ਦੇ ਸੀ, ਉਦੋਂ ਉੱਥੇ ਹੀ ਸਿੱਖਿਆ ਆਪਣੀ ਕੰਪਲੀਟ ਕੀਤੀ ਆ। ਤੇ ਮੈਂ ਹਾਈ ਸਕੂਲ ਤੋਂ ਮੈਂ 10ਵੀਂ ਪਾਸ ਕਰਕੇ ਫਿਰ ਆਰੀਆ ਸਕੂਲ ਦੇ ਤੋਂ ਮੈਂ ਆਪਣੀ ਗ੍ਰੈਜੂਏਸ਼ਨ ਕਰਕੇ ਫਿਰ ਮੈਂ ਇਨਕਮ ਟੈਕਸ ਦੇ ਵਿੱਚ ਲੱਗ ਗਿਆ ਸੀ। ਅੱਛਾ ਜੀ, ਤੁਸੀਂ ਅੱਜ ਕੱਲ੍ਹ ਕਿੱਥੇ ਰਹਿ ਰਹੇ ਹੋ? ਅੱਜ ਕੱਲ੍ਹ ਜੀ ਅਸੀਂ ਦੁਗਰੀ CRP ਕਲੋਨੀ ਦੇ ਵਿੱਚ। ਮੈਂ ਕਿਉਂਕਿ ਮੇਰੀ ਜੋਬ ਅੱਜ ਕੱਲ੍ਹ ਕਚਹਿਰੀਆਂ ਦੇ ਵਿੱਚ ਮੈਂ ਬਤੌਰ ਸਟੈਨੋਗ੍ਰਾਫਰ ਕੰਮ ਕਰ ਰਿਹਾ ਜੀ। ਅੱਛਾ ਜੀ, ਲੁਧਿਆਣੇ ਰਹਿੰਦੇ ਨੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ? 1997 ਤੋਂ ਜੀ ਮੈਂ ਲੁਧਿਆਣੇ ਵਿੱਚ ਰਹਿ ਰਿਹਾ ਜੀ। ਜੀ। ਅੱਛਾ ਜੀ, ਹੁਣ ਮਤਲਬ ਜਿਹੜੇ ਸ਼ਖਸੀਅਤ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ, ਹਾਂਜੀ, ਉਹ ਸ਼ਖਸੀਅਤ ਦੇ ਨਾਲ ਤੁਹਾਡਾ ਬਹੁਤ ਨੇੜੇ ਦਾ ਵਾਹ ਵਾਸਤਾ ਰਿਹਾ ਹੈ। ਹਾਂਜੀ। ਕਿਹਾ ਇਹ ਵੀ ਜਾਂਦਾ ਹੈ ਵੀ ਧਾਰਮਿਕ ਗੀਤਾਂ ਦੇ ਪਾਸੇ ਉਹਨੂੰ ਲਿਆਉਣ ਵਾਲਾ ਸਵਰਨ ਸੇਵੀ ਇਹ ਹੈ। ਹਾਂਜੀ। ਸੋ ਮੈਨੂੰ ਸਭ ਤੋਂ ਪਹਿਲਾਂ ਤਾਂ ਭਾਜੀ ਇਹ ਦੱਸੋ ਵੀ ਤੁਹਾਡਾ ਗੀਤਕਾਰੀ ਦੇ ਵੱਲ ਆਉਣ ਦਾ ਰੁਝਾਨ ਕਿਵੇਂ ਹੋਇਆ? ਮੈਂ ਜੀ ਕਚਹਿਰੀਆਂ ਵਿੱਚ ਸਰਵਿਸ ਤੋਂ ਪਹਿਲਾਂ ਮੇਰੀ ਸਰਵਿਸ ਇਨਕਮ ਟੈਕਸ ਦੇ ਵਿੱਚ ਸੀ, ਤੇ ਮੇਰੀ ਪੋਸਟਿੰਗ ਸੀ ਸੰਗਰੂਰ ਦੀ ਜੀ। ਉਦੋਂ ਲੁਧਿਆਣੇ ਤੋਂ ਬੱਸ ਸੰਗਰੂਰ ਜਾਣ ਤੱਕ ਪੌਣੇ 2 ਘੰਟੇ ਲੈਂਦੀ ਸੀ। ਹਾਂਜੀ। ਉਦੋਂ ਬੱਸਾਂ ਦੇ ਵਿੱਚ ਟੇਪ ਰਿਕਾਰਡਰ ਵਗੈਰਾ ਨਹੀਂ ਹੁੰਦੇ ਸੀ, ਤੇ ਪੌਣੇ 2 ਘੰਟੇ ਦਾ ਸਫ਼ਰ ਮਨ ਦੀ ਇਕਾਗਰਤਾ ਵਾਸਤੇ ਇੱਕ ਬਹੁਤ ਵੱਡਾ ਸਫ਼ਰ ਸੀ। ਮੈਂ ਲੁਧਿਆਣੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ, ਜਿਹੜਾ ਕੁੱਕ ਦੇ ਟੋਟੇ ਤੇ ਜਾ ਕੇ ਖਤਮ ਹੋ ਜਾਂਦਾ ਸੀ। ਤੇ ਉਸ ਤੋਂ ਬਾਅਦ ਫਿਰ ਮੇਰੇ ਮਨ ਦੇ ਅੰਦਰ ਫੁਰਨ ਲੱਗ ਜਾਂਦੇ ਵੀ ਕੀ ਕੀਤਾ ਜਾਵੇ, ਕੀ ਕਰੀਏ। ਤੇ ਫਿਰ ਮੈਂ ਇੱਕ ਡਾਇਰੀ ਲਈ ਤੇ ਮੈਂ ਧਾਰਮਿਕ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਯਾਨੀ ਉਹ ਜਿਹੜਾ ਸਫ਼ਰ ਸੀਗਾ ਸੰਗਰੂਰ ਤੱਕ ਦਾ, ਉਸ ਵੇਲੇ ਯਾਨੀ ਤੁਸੀਂ ਤੁਹਾਡੇ ਕੋਲ ਜੋ ਡਾਇਰੀ ਜਾਂ ਟਿਕਟ ਜੋ ਕੁਝ ਵੀ ਹੁੰਦਾ ਸੀਗਾ, ਤੁਸੀਂ ਆਪਣੇ ਮਨ ਦੇ ਵਿਚਾਰ ਜਾਂ ਜੋ ਮਨ ਦੇ ਭਾਵ ਹੁੰਦੇ ਸੀਗੇ ਉੱਥੋਂ ਸ਼ੁਰੂ ਕੀਤਾ, ਯਾਨੀ ਗੀਤਕਾਰ ਦੇ ਸਫ਼ਰ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਅੱਛਾ ਜੀ, ਗੀਤਕਾਰੀ ਦਾ ਜਦੋਂ ਸਫ਼ਰ ਸ਼ੁਰੂ ਕੀਤਾ ਤਾਂ ਤੁਹਾਨੂੰ ਉਸ ਤੋਂ ਬਾਅਦ ਮਤਲਬ ਸਭ ਤੋਂ ਪਹਿਲਾਂ ਅਮਰ ਸਿੰਘ ਚਮਕੀਲਾ ਜੀ ਨਾਲ ਤੁਹਾਡਾ ਮੇਲ ਕਿਸ ਤਰ੍ਹਾਂ ਹੋਇਆ? ਜਦੋਂ ਜੀ ਉੱਥੇ ਮੈਂ ਸਰਵਿਸ ਕਰਦਾ ਸੀ ਸੰਗਰੂਰ, ਉੱਥੇ ਕੋਈ ਅਸ਼ੋਕ ਕੁਮਾਰ ਨਾਂ ਦੇ ਕੋਈ ਮਿਊਜ਼ਿਕ ਦੇ ਮਾਸਟਰ ਸੀ। ਉਹਨਾਂ ਨੇ ਮੈਨੂੰ ਇੱਕ ਚਿੱਠੀ ਦਿੱਤੀ, ਕਹਿੰਦੇ ਵੀ ਤੁਸੀਂ ਇਹ ਸੁਰਿੰਦਰ ਸ਼ਿੰਦਾ ਜੀ ਨੂੰ ਚਿੱਠੀ ਦੇ ਕੇ ਆਇਓ। ਬਿਲਕੁਲ। ਹਾਂਜੀ। ਮੈਂ ਜਦੋਂ ਸੁਰਿੰਦਰ ਸ਼ਿੰਦਾ ਜੀ ਨੂੰ ਚਿੱਠੀ ਬੱਸ ਸਟੈਂਡ ਦੇ ਸਾਹਮਣੇ ਉਹਨਾਂ ਦਾ ਦਫ਼ਤਰ ਸੀ, ਚਿੱਠੀ ਦੇ ਕੇ ਚਵਾਰੇ ਤੋਂ ਵਾਪਸ ਆ ਰਿਹਾ ਸੀ, ਤਾਂ ਅਮਰ ਸਿੰਘ ਚਮਕੀਲਾ ਆਪਣੇ ਦਫ਼ਤਰ ਦੇ ਵਿੱਚ ਹਾਜ਼ਰ ਸੀ। ਮੈਂ ਉਸਨੂੰ ਸ਼ਕਲ ਤੋਂ ਪੂਰੀ ਤਰ੍ਹਾਂ ਵਾਕਫ ਨਹੀਂ ਸੀ। ਮੈਂ ਜਦੋਂ ਦਫ਼ਤਰ ਦੇ ਮੂਹਰੋਂ ਦੀ ਲੰਘਿਆ ਤਾਂ ਉਸਨੇ ਕਿੱਕਰ ਡਾਲੇ ਵਾਲਾ ਜੋ ਉਹਦੇ ਨਾਲ ਕੰਮ ਕਰਦਾ ਸੀ। ਹਾਂਜੀ ਹਾਂਜੀ, ਉਹਦਾ ਬਹੁਤ ਮਤਲਬ ਨੇੜੇ ਦਾ ਮਿੱਤਰ ਕਿਹਾ ਜਾਂਦਾ ਹੈ। ਕਿੱਕਰ ਡਾਲੇ ਵਾਲਾ ਉਸ ਵੇਲੇ ਦਾ ਸੀਗਾ। ਅੱਛਾ ਜੀ। ਜਦੋਂ ਮੈਂ ਬੱਸ ਲੈਣ ਵਾਸਤੇ ਬਾਹਰ ਕਾਊਂਟਰ ਤੇ ਆ ਕੇ ਖੜਿਆ ਬੱਸ ਸਟੈਂਡ ਦੇ, ਉਹ ਮੇਰੇ ਕੋਲ ਆਇਆ ਤੇ ਉਹ ਮੈਨੂੰ ਕਹਿੰਦਾ ਵੀ ਤੁਹਾਨੂੰ ਭਾਜੀ ਬੁਲਾ ਰਹੇ ਨੇ। ਮੈਂ ਕਿਹੜੇ ਭਾਜੀ? ਯਾਨੀ ਇਹ ਜਿਹੜੀਆਂ ਗੱਲਾਂ ਨੇ ਜਿੱਥੇ ਮਤਲਬ ਕਲਾਕਾਰਾਂ ਦੇ ਦਫ਼ਤਰ ਨੇ, ਹਾਂਜੀ ਲੁਧਿਆਣੇ ਦੇ ਉੱਥੋਂ ਦੀਆਂ ਗੱਲਾਂ ਨੇ, ਯਾਨੀ ਤੁਸੀਂ ਮਤਲਬ ਚਿੱਠੀ ਫੜਾ ਕੇ ਚਿੰਦੇ ਦੇ ਦਫ਼ਤਰ ਦੇ ਵਿੱਚ ਸਾਹਮਣੇ ਬੱਸ ਲੈਣ ਦੇ ਲਈ ਚਲੇ ਗਏ? ਹਾਂਜੀ ਹਾਂਜੀ ਹਾਂਜੀ। ਅੱਛਾ ਜੀ। ਤੇ ਉੱਥੇ ਆਇਆ, ਕਹਿੰਦਾ ਵੀ ਤੁਹਾਨੂੰ ਭਾਜੀ ਬੁਲਾ ਰਹੇ ਨੇ। ਮੈਂ ਕਿਹੜੇ ਭਾਜੀ? ਕਹਿੰਦੇ ਚਮਕੀਲਾ ਭਾਜੀ। ਉਦੋਂ ਮੈਂ ਚਮਕੀਲੇ ਨੂੰ ਜ਼ਿਆਦਾ ਪਿਆਰ ਨਹੀਂ ਸੀ ਕਰਦਾ, ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਮੇਰੇ ਇਹਦੇ ਨਾਲ ਇੰਨੇ ਡੂੰਘੇ ਸੰਬੰਧ ਹੋ ਜਾਣੇ। ਮੈਂ ਉਹਨੂੰ ਸੁਭਾਵ ਕਹਿ ਬੈਠਿਆ ਵੀ ਚਮਕੀਲੇ ਨਹੀਂ ਭਾਜੀ, ਉਹ ਨਹੀਂ ਕਾਹਤੋਂ ਬਣ ਗਏ? ਮੈਂ ਕਿਹਾ ਉਹ। ਹਾਂਜੀ। ਤੇ ਕਿਉਂਕਿ ਤੁਸੀਂ ਤਾਂ ਉਦੋਂ ਪਹਿਲਾਂ ਹੋਰ ਜਿਹੜੇ ਸੀਨੀਅਰ ਕਲਾਕਾਰ ਸੀ, ਜਿਵੇਂ ਛਿੰਦਾ ਜੀ ਸੀ ਜਾਂ ਹੋਰ ਜਿਹੜੇ ਪਹਿਲਾਂ ਚੱਲਦੇ ਸੀ ਭਾਜੀ, ਉਹਨਾਂ ਨੂੰ ਸੁਣਦੇ ਹੁੰਦੇ ਸੀ ਆਪਾਂ ਤਾਂ ਭਾਜੀ ਸ਼ਬਦ ਉਹਨਾਂ ਦੇ ਵਰਤਦੇ ਸੀ। ਤੇ ਚਮਕੀਲਾ ਦਾ ਜੇ ਨਵਾਂ ਆਉਣ ਕਰਕੇ ਤੁਹਾਡੇ ਮਨ ਦੇ ਵਿੱਚ ਕੁਦਰਤੀ ਇਹ ਗੱਲ ਕਹਿ ਲਓ ਵੀ ਭਾਜੀ ਕਿਸ ਤਰ੍ਹਾਂ ਹੋ ਗਏ? ਅੱਛਾ ਜੀ। ਫਿਰ ਉਸ ਤੋਂ ਬਾਅਦ ਫਿਰ ਉਹ ਵਾਪਸ ਚਲੇ ਗਿਆ ਤੇ ਉਹਨੇ ਵਾਪਸ ਤੇ ਫਿਰ ਚਮਕੀਲਾ ਪਾਇਆ। ਚਮਕੀਲੇ ਦੇ ਮੂੰਗੀਆ ਰੰਗ ਦੀ ਕਟਰਾਈ
ਤੇ ਹਲਕਾ ਮੂਲੀਆ ਰੰਗ ਦਾ ਉਹਨੇ ਕਮੀਜ਼ ਪਹਿਨਿਆ ਹੋਇਆ ਸੀ, ਕਾਲੀ ਐਨਕ, ਹਾਂਜੀ ਪੂਰਾ ਸੂਟਡ ਵੂਟਡ ਏਦਾਂ ਲੱਗਦਾ ਸੀ ਜਿਵੇਂ ਮੇਰੇ ਵੱਲ ਅਮਿਤਾਭ ਬੱਚਨ ਆ ਰਿਹਾ ਹੁੰਦਾ। ਹਾਂਜੀ ਤੇ ਹਾਂਜੀ ਆ ਕੇ ਉਹਨੇ ਮੇਰੇ ਗੋਡੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਮੈਂ ਪਰੇ ਹੋ ਗਿਆ। ਮੈਂ ਕਿਹਾ ਭਾਈ ਸਾਹਿਬ ਤੁਸੀਂ ਮੇਰੇ ਕਿਉਂ ਇੱਦਾਂ ਕਰ ਰਹੇ ਹੋ? ਉਹ ਕਹਿੰਦਾ ਜੀ ਮੈਂ ਤੁਹਾਨੂੰ ਆਪਣੇ ਦਫ਼ਤਰ ਲੈ ਕੇ ਜਾਣਾ ਚਾਹੁੰਦਾ। ਕਹਿੰਦਾ ਕਿਹੜੇ ਦਫ਼ਤਰ? ਕਹਿੰਦਾ ਉਹ ਮੇਰੇ ਸਾਹਮਣੇ ਹੀ ਦਫ਼ਤਰ ਆ। ਜਾਣੀ ਤੇ ਉਸ ਵੇਲੇ ਉਹਨੇ ਮੈਨੂੰ ਨਹੀਂ ਦੱਸਿਆ ਵੀ ਮੈਂ ਅਮਰ ਸਿੰਘ ਚਮਕੀਲਾ। ਅੱਛਾ ਜੀ, ਤੁਸੀਂ ਸਹਿਜ ਵਾ ਕੇ ਕਹਿਤਾ ਵੀ ਤੁਹਾਡਾ ਦਫ਼ਤਰ ਕਿੱਥੇ ਆ, ਹਾਂ। ਤਾਂ ਉਹਨੇ ਇਸ਼ਾਰਾ ਕਰਕੇ ਕਿਹਾ ਵੀ ਸਾਹਮਣੇ ਦਫ਼ਤਰ ਹੈ, ਵੀ ਮੈਂ ਉੱਥੇ ਲਿਆਉਣਾ ਚਾਹੁੰਦਾ। ਮੈਂ ਕਿਹਾ ਵੀ ਚਲੋ ਇਹਦੀ ਕੋਈ ਆਪਣੀ ਹੋਣੀ ਆ, ਮੈਂ ਕਿਹੜਾ ਬਹੁਤ ਵੱਡਾ ਸੰਤ ਮਹਾਤਮਾ, ਚਲੋ ਇਹਦਾ ਦਫ਼ਤਰ ਦੇਖਦੇ ਹਾਂ। ਜਦੋਂ ਅਸੀਂ ਦਫ਼ਤਰ ਗਏ ਤਾਂ ਉਸਦੇ ਦਫ਼ਤਰ ਦੇ ਅੰਦਰ ਜਿੰਨੇ ਵੀ ਮੁੰਡੇ ਬੈਠੇ ਸੀ ਸਾਰੇ ਬਾਹਰ ਕੱਢਦੇ। ਉਹ ਕਹਿੰਦਾ ਜੀ ਦਾਸ ਨੂੰ ਅਮਰ ਸਿੰਘ ਚਮਕੀਲਾ ਕਹਿੰਦੇ ਨੇ। ਤਾਂ ਉਸੇ ਟਾਈਮ ਮੇਰੇ ਮਨ ਦੇ ਅੰਦਰ ਉਹਦੇ ਪ੍ਰਤੀ ਅਥਾਹ ਪ੍ਰੇਮ ਜਾਗ ਗਿਆ ਵੀ ਇੰਨੀ ਨਿਮਰਤਾ ਦਾ ਮਾਲਕ ਇਹ ਇੱਥੇ ਤੱਕ ਪਹੁੰਚਿਆ ਹੈ, ਇੰਨੀ ਨਿਮਰਤਾ ਸ਼ੁਰੂ ਕਰਾਂ। ਮੈਂ ਕਿਹਾ ਦੱਸੋ ਜੀ, ਮੈਂ ਤੁਹਾਡੀ ਪ੍ਰੋਬਲਮ ਕੀ ਹੈ? ਉਹ ਕਹਿੰਦਾ ਜੀ ਬਾਈ ਜੀ ਗੱਲ ਇਹ ਵੀ ਮੈਨੂੰ ਕੁਛ ਧਮਕੀ ਪੱਤਰ ਆਏ ਹੋਏ ਨੇ। ਜਾਣੀ ਉਸ ਵੇਲੇ ਜਿਹੜੇ ਗੀਤ ਉਹ ਗਾ ਚੁੱਕਿਆ ਸੀਗਾ, ਹਾਂਜੀ ਹਾਂਜੀ, ਉਸ ਦੇ ਵਿਰੋਧ ਦੇ ਵਿੱਚ ਜਥੇਬੰਦੀਆਂ ਵੱਲੋਂ ਕਹਿ ਲਓ ਕਿ ਉਹਨੂੰ ਜਾਣੀ ਲੈਟਰ ਧਮਕੀ ਭਰੇ ਆਉਣਾ ਸ਼ੁਰੂ ਹੋ ਗਏ। ਹਾਂਜੀ ਹਾਂਜੀ, ਜਿਸ ਤਰ੍ਹਾਂ ਤੁਹਾਨੂੰ ਦੱਸਿਆ। ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਫਿਰ ਉਹ ਕਹਿੰਦੇ ਵੀ ਧਮਕੀ ਪੱਤਰ ਆਏ ਹੋਏ ਨੇ ਵੀ ਇਹ ਮੈਂ ਤੁਹਾਨੂੰ ਦਿਖਾਉਣੇ ਚਾਹੁੰਦਾ ਵੀ ਵਾਕਈ ਸਹੀ ਧਮਕੀ ਪੱਤਰ ਨੇ ਵੀ ਜਾਂ ਮੇਰੇ ਨਾਲ ਕਿਸੇ ਨੇ ਕੋਈ ਫਰਾਡ ਤਾਂ ਨਹੀਂ ਕੀਤਾ। ਮੈਂ ਕਿਹਾ ਦਿਖਾਓ ਕਿੱਥੇ ਨੇ? ਉਹ ਕਹਿੰਦੇ ਵੀ ਇਹ ਧਮਕੀ ਪੱਤਰ ਤਾਂ ਮੇਰੇ ਘਰੇ ਮੇਰੀ ਕੋਠੀ ਜਮਾਲਪੁਰ ਪਏ ਨੇ। ਮੈਂ ਕਿਹਾ ਬਾਈ ਜੀ ਮੇਰੀ ਤਾਂ 5:10 ਤੇ ਬੱਸ ਲੰਘਣ ਵਾਲੀ ਆ, ਮੈਂ ਕੱਲ੍ਹ ਨੂੰ ਆਵਾਂਗਾ ਤੇ ਕੱਲ੍ਹ ਨੂੰ ਦੇਖ ਲਵਾਂਗਾ। ਉਹ ਕਹਿੰਦਾ ਨਹੀਂ ਜੀ, ਮੈਂ ਤੁਹਾਨੂੰ ਆਪਣੇ ਘਰੇ ਆਪ ਛੱਡ ਆਵਾਂਗਾ, ਵੀ ਤੁਸੀਂ ਮੇਰੇ ਘਰੇ ਆ ਜਾਓ। ਮੈਂ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਬਹਿ ਗਿਆ। ਯਾਨੀ ਕਿ ਉਸ ਵੇਲੇ ਉਹਦੇ ਮਨ ਦੇ ਉੱਪਰ ਇੰਨੇ ਕਿ ਮਤਲਬ ਕਹਿ ਲਓ ਡਰ, ਕਹਿ ਲਓ ਬਹੁਤ ਡਰਿਆ ਸੀਗਾ ਜੀ, ਕਿਉਂਕਿ ਮਾਹੌਲ ਹੀ ਇਸ ਤਰ੍ਹਾਂ ਸੀ। ਹਾਂਜੀ ਹਾਂਜੀ ਹਾਂਜੀ, ਕੁਛ ਉਹ ਪੱਤਰ ਆਉਣ ਕਰਕੇ ਕਹਿ ਲਓ ਵੀ ਉਹਨੇ ਇਹ ਗੱਲ ਜ਼ਰੂਰੀ ਸਮਝੀ ਵੀ ਤੁਹਾਨੂੰ ਅੱਜ ਹੀ ਉਹ ਚੀਜ਼ ਦਿਖਾਈ ਜਾਵੇ। ਹਾਂਜੀ ਹਾਂਜੀ। ਅੱਛਾ ਅੱਛਾ ਜੀ, ਫਿਰ ਤੁਹਾਨੂੰ ਉਹ ਮਤਲਬ ਆਪਦੀ ਗੱਡੀ ਦੇ ਉੱਪਰ ਕੋਠੀ ਲੈ ਕੇ ਗਿਆ? ਹਾਂ 1985 ਦੀ ਗੱਲ ਹੈ ਜੀ ਇਹ। ਅੱਛਾ ਜੀ। ਹਾਂ ਇਹ ਅਪ੍ਰੈਲ 1985 1-2 ਅਪ੍ਰੈਲ 1985 ਦੇ ਨੇੜੇ ਤੇੜੇ ਦੀ ਗੱਲ ਹੈ ਜੀ। ਮੈਨੂੰ ਘਰੇ ਲੈ ਗਿਆ। ਉਸਨੇ ਮੈਨੂੰ ਤਿੰਨੇ ਹੀ ਧਮਕੀ ਪੱਤਰ ਦਿਖਾਏ ਜਿਹੜੇ ਕਿ ਇੱਕ ਭਿੰਡਰਾਂਵਾਲਾ ਟਾਈਗਰਸ ਫੋਰਸ ਦੇ ਲੈਟਰ ਹੈਡ ਤੇ ਸੀ, ਇੱਕ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਟਰ ਹੈਡ ਤੇ ਸੀ, ਔਰ ਇੱਕ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਟਰ ਹੈਡ ਤੇ ਸੀ ਜੀ। ਮੈਂ ਹਾਂਜੀ ਹਾਂਜੀ ਹਾਂਜੀ, ਉਹ ਲੈਟਰ ਦੇਖ ਕੇ ਜਾਣੇ ਤੁਹਾਨੂੰ ਜਦੋਂ ਦਿਖਾਏ ਤਾਂ ਤੁਸੀਂ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਉਹਦਾ ਸੋਲੂਸ਼ਨ ਜਾਂ ਕੀ ਹੱਲ ਦੱਸਿਆ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਭਿੰਡਰਾਂਵਾਲਾ ਟਾਈਗਰ ਫੋਰਸ ਦਾ ਜਿਹੜਾ ਕਮਾਂਡਰ ਆ ਰਛਪਾਲ ਸਿੰਘ ਛੰਦੜਾ, ਮੈਂ ਕਿਹਾ ਇਹ ਮੇਰੇ ਪਿੰਡ ਦੇ ਨੇੜੇ ਹੀ ਰਹਿੰਦਾ ਤੇ ਪਿੰਡ ਸੰਘਿਆਂ ਦਾ ਇੱਕ ਮੁੰਡਾ ਕਰਮਜੀਤ ਸਿੰਘ ਕੰਮਾ, ਉਹ ਉਹਦੇ ਖੇਮੇ ਦੇ ਵਿੱਚ ਕੰਮ ਕਰ ਰਿਹਾ ਵੀ ਮੈਂ ਉਹਨਾਂ ਦੇ ਰਿਸ਼ਤੇਦਾਰ ਦੇ ਥਰੂ ਇਹ ਤੁਹਾਨੂੰ ਪੁੱਛ ਕੇ ਦੱਸ ਦੇਵਾਂਗਾ ਵੀ ਇਹ ਸਹੀ ਧਮਕੀ ਪੱਤਰ ਆ ਜਾਂ ਗਲਤ ਆ ਜੀ। ਤੇ ਮੈਂ ਉਹ ਤਿੰਨੇ ਧਮਕੀ ਪੱਤਰ ਉਹਨੇ ਮੈਨੂੰ ਦੇ ਦਿੱਤੇ। ਮੈਂ ਤਿੰਨੇ ਧਮਕੀ ਪੱਤਰ ਰਛਪਾਲ ਸਿੰਘ ਛੰਦੜਾ ਦੇ ਕੋਲ ਪਹੁੰਚਦੇ ਕਰ ਦਿੱਤੇ ਤਾਂ ਉਹਨੇ ਦੱਸਿਆ ਵੀ ਤਿੰਨੇ ਧਮਕੀ ਪੱਤਰ ਸਹੀ ਨੇ। ਜੇ ਤੁਸੀਂ ਇਹਨਾਂ ਦਾ ਵੀ ਕੋਈ ਇਲਾਜ ਚਾਹੁੰਦੇ ਹੋ ਤਾਂ ਤੁਸੀਂ 22 ਨੰਬਰ ਕਮਰਾ ਦਰਬਾਰ ਸਾਹਿਬ ਦੇ ਵਿੱਚ 42 ਨੰਬਰ ਕਮਰਾ ਦਰਬਾਰ ਸਾਹਿਬ ਦੇ ਵਿੱਚ ਆ ਵੀ ਉੱਥੇ 5 ਮੈਂਬਰੀ ਕਮੇਟੀ ਬਣੀ ਆ ਜਿਹਦੇ ਵਿੱਚ ਪਰਮਜੀਤ ਸਿੰਘ ਪੰਜਵੜ, ਬਾਬਾ ਅਰੂੜ ਸਿੰਘ, ਬਾਬਾ ਬਸਨ ਸਿੰਘ ਜੱਪਰਵਾਲ ਤੇ 2 ਹੋਰ ਸੀ, ਉਹਨਾਂ ਦੇ ਨਾਮ ਮੈਂ ਭੁੱਲ ਗਿਆ। ਵੀ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ, ਤੁਹਾਡਾ ਸੋਲੂਸ਼ਨ ਕਰਨਗੇ ਇਸ ਚੀਜ਼ ਦਾ। ਬਣ ਜਾਣੀ ਕਿ ਜਿਹੜੇ ਧਮਕੀ ਪੱਤਰ ਸੀਗੇ ਉਹ ਇੱਕ ਜਰੀਆ ਬਣ ਗਿਆ ਤੁਹਾਨੂੰ ਅਮਰ ਸਿੰਘ ਚਮਕੀਲਾ ਮਿਲਣ ਦਾ ਹਾਂ ਮਿਲਣ ਦਾ ਤੇ ਉਹਦੇ ਨਾਲ ਇੱਕ ਪੱਕੀ ਦੋਸਤੀ ਬੰਨਣ ਦਾ ਉਹ ਜਰੀਆ ਬਣ ਗਿਆ। ਹਾਂਜੀ ਹਾਂਜੀ, ਚਲੋ ਜਾਨੀ ਤੁਸੀਂ ਇਹਦਾ ਮਤਲਬ ਅਮਰ ਸਿੰਘ ਚਮਕੀਲਾ ਨੇ ਜਦੋਂ ਤੁਸੀਂ ਉਹਦੀ ਗੱਲ ਕਨਫਰਮ ਕਰ ਲਈ ਵੀ 42 ਨੰਬਰ ਕਮਰੇ ਬਾਰੇ ਤੁਹਾਨੂੰ ਦੱਸਿਆ ਗਿਆ, ਉਸ ਤੋਂ ਬਾਅਦ ਫਿਰ ਕੀ ਤੁਸੀਂ ਉਹਨਾਂ ਦੇ ਨਾਲ ਗਏ ਉੱਥੇ? ਨਹੀਂ, ਸਭ ਤੋਂ ਪਹਿਲਾਂ ਜੀ ਮੈਂ ਆਪ ਕਨਫਰਮ ਕਰਨ ਵਾਸਤੇ ਗਿਆ ਕਿਉਂਕਿ ਮੈਂ ਦੇਖ ਕੇ ਆਵਾਂ ਵੀ ਉਹ ਕਿੱਦਾਂ ਦੇ ਬੰਦੇ ਨੇ, ਕਿਤੇ ਇਹੀ ਨਾ ਹੋਵੇ ਵੀ ਐਡਾ ਬੜਾ ਆਰਟਿਸਟ ਸਾਡੇ ਹੱਥੋਂ ਹੀ ਨਿਕਲ ਜਾਵੇ। ਤੇ ਮੈਂ ਗਿਆ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹ ਕਹਿੰਦੇ ਵੀ ਤੁਸੀਂ ਕੱਲ੍ਹ ਨੂੰ ਉਹਨੂੰ ਅਮਰ ਸਿੰਘ ਚਮਕੀਲੇ ਨੂੰ ਇੱਥੇ ਲੈ ਆਓ, ਅਸੀਂ ਇਹਨੂੰ ਕੁਛ ਨਹੀਂ ਕਹਿੰਦੇ ਤੇ ਉਹ ਆ ਕੇ ਮਤਲਬ ਇੱਕ ਵਾਰ ਸਾਨੂੰ ਮਿਲ ਲਵੇ ਤਾਂ ਕਿ ਉਹਦੇ ਮਨ ਦਾ ਤੌਖਲਾ ਅਸੀਂ ਦੂਰ ਕਰ ਦੇਵਾਂਗੇ ਤੇ ਇਸ ਨੂੰ ਅਸੀਂ ਆਪਣੇ ਵੱਲੋਂ ਜਦੋਂ ਹਦਾਇਤ ਕਰਾਂਗੇ ਮੁੜ ਕੇ ਜ਼ਿਆਦਾ ਕੋਈ ਗਰਮ ਗੀਤ ਨਹੀਂ ਗਾਉਣੇ ਤੇ ਫਿਰ ਉਸ ਨੂੰ ਆਪਣੇ ਆਪ ਉਹ ਸਹੀ ਗਾਉਣ ਲੱਗ ਜਾਊਗਾ ਵੀ ਇੱਥੇ ਆ ਕੇ ਭੁੱਲ ਬਖਸ਼ਾ ਲਵੇ। ਹਾਂ, ਭੁੱਲ ਬਖਸ਼ਾ ਲਵੇ। ਅੱਛਾ, ਦੂਸਰੇ ਦਿਨ ਅਸੀਂ ਗਏ ਤੇ ਅਮਰ ਸਿੰਘ ਚਮਕੀਲਾ, ਭਾਈ ਚਤਰ ਸਿੰਘ ਜੀਵਨ ਸਿੰਘ ਉਹਨਾਂ ਦੀ ਦੁਕਾਨ ਤੇ ਬੈਠ ਗਿਆ। ਇੱਕ ਵਾਰ ਫੇਰ ਮੈਨੂੰ ਭੇਜਤਾ ਵੀ ਜਾ ਕੇ ਤੁਸੀਂ ਬਾਬਾ ਜੀ ਉਹਨਾਂ ਨੂੰ ਮਿਲ ਕੇ ਆਓ। ਹਾਂਜੀ, ਉੱਥੇ ਜਾਣ ਤੋਂ ਪਹਿਲਾਂ ਉਹਨਾਂ ਤੁਹਾਡੇ ਨਾਲ ਰਾਏ ਕੀਤੀ ਵੀ ਆਪਾਂ ਉੱਥੇ ਕੁਝ ਦਾਨ ਵਗੈਰਾ ਕਰਨਾ? ਹਾਂ, ਪਹਿਲਾਂ ਜਾਣ ਤੋਂ ਪਹਿਲਾਂ ਇਹ ਗੱਲ ਕੀਤੀ ਸੀ। ਮੈਂ ਕਿਹਾ ਵੀ ਉਹ ਫੰਡ ਵਗੈਰਾ ਕੁਝ ਜ਼ਰੂਰ ਲੈਣਗੇ ਵੀ ਤੁਸੀਂ ਫੰਡ ਲੈ ਲਓ। ਤਾਂ ਅਮਰ ਸਿੰਘ ਚਮਕੀਲਾ ਉਹਨਾਂ ਦਿਨਾਂ ਦੇ ਵਿੱਚ 1 ਲੱਖ ਰੁਪਈਆ ਨਾਲ ਲੈ ਕੇ ਚਲੇ ਗਿਆ ਸੀਗੇ। ਉਸ ਵੇਲੇ ਦਾ ਜਾਨੀ 1 ਲੱਖ ਰੁਪਈਆ, ਇਹ ਜਾਨੀ ਤੁਸੀਂ 85 ਦੀ ਗੱਲ ਕਰ ਰਹੇ ਹੋ ਤਾਂ ਇਹਦਾ ਮਤਲਬ ਬਹੁਤ ਵੱਡੀ ਰਕਮ ਸੀਗੀ। ਹਾਂਜੀ ਹਾਂਜੀ। ਅੱਛਾ ਜੀ, ਉਹ ਫਿਰ ਇੱਕ ਉੱਥੇ ਜਾ ਕੇ ਫਿਰ ਕੀ ਹੋਇਆ? ਉੱਥੇ ਜਾ ਕੇ ਜੀ ਫਿਰ ਅਸੀਂ ਇਹ ਭਾਈ ਚਤਰ ਸਿੰਘ ਜੀਵਨ ਸਿੰਘ ਉਹਨਾਂ ਦੀ ਦੁਕਾਨ ਤੇ ਬੈਠ ਗਏ ਤੇ ਮੈਂ ਅੰਦਰ ਜਾ ਕੇ 42 ਨੰਬਰ 'ਚ ਉਹਨਾਂ ਨੂੰ ਬਾਬਿਆਂ ਨੂੰ ਮਿਲਿਆ। ਉੱਥੇ ਬਾਬਾ ਬਚਨ ਸਿੰਘ ਜੱਫਰਵਾਲ ਮੈਨੂੰ ਮਿਲੇ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਅਮਰ
ਸਿੰਘ ਚਮਕੀਲੇ ਲਿਆਓ ਵੀ ਮੈਂ ਤਾਂ ਉਹਦੀ ਸ਼ੇਰ ਵਰਗੀ ਆਵਾਜ਼ ਸੁਣੀ ਆ, ਮੈਂ ਤੁਹਾਨੂੰ ਆਪ ਖੁਦ ਮਿਲਣਾ ਚਾਹੁੰਦਾ। ਹਾਂਜੀ। ਫਿਰ ਉਹਨਾਂ ਦੀ ਇਸ ਗਰੰਟੀ ਦੇ ਉੱਤੇ ਮੈਂ ਉਹਨਾਂ ਨੂੰ ਲੈ ਆਇਆ ਤੇ ਬਾਬਾ ਬਸੰਤ ਸਿੰਘ ਜੱਬਰਵਾਲ, ਬਾਬਾ ਰੂਪ ਸਿੰਘ ਇਹਨੂੰ ਜੱਫੀ ਪਾ ਕੇ ਮਿਲੇ, ਕਹਿੰਦੇ ਵੀ ਤੈਨੂੰ ਬਹੁਤ ਰੱਬ ਨੇ ਵੱਡੀ ਆਵਾਜ਼ ਦਿੱਤੀ ਆ, ਤੂੰ ਵੀ ਧਾਰਮਿਕ ਗੀਤਾਂ ਦੇ ਵਿੱਚ ਵੀ ਇਸ ਆਵਾਜ਼ ਦਾ ਆਪਣਾ ਇਸਤੇਮਾਲ ਕਰ ਤਾਂ ਕਿ ਕੌਮ ਦੇ ਅੰਦਰ ਸਿੱਖੀ ਪ੍ਰਤੀ ਹੋਰ ਭਾਵਨਾ ਪੈਦਾ ਹੋਵੇ, ਵੀ ਤੂੰ ਜ਼ਿਆਦਾ ਇਸ ਤਰ੍ਹਾਂ ਦੇ ਗੀਤ ਨਾ ਗਾ, ਤੂੰ ਹਿਸਾਬ ਦੇ ਦੂਸਰੇ ਗੀਤ ਗਾ ਵੀ ਜਿਹੜੇ ਧੀਆਂ ਭੈਣਾਂ 'ਚ ਸੁਣੇ ਜਾ ਸਕਣ। ਹਾਂਜੀ, ਇਹਦਾ ਮਤਲਬ ਵੀ ਉਹ ਮਤਲਬ ਇਹਦੀ ਆਵਾਜ਼ ਤੋਂ ਨਫ਼ਰਤ ਨਹੀਂ ਕਰਦੇ ਸੀ, ਇਹਦੇ ਜਿਹੜੇ ਸੋਚ ਸੀ ਉਹਨੂੰ ਬਦਲਣੀ ਚਾਹੁੰਦੇ ਸੀ। ਨਹੀਂ, ਉਹ ਜ਼ਿਆਦਾ ਧਾਰਮਿਕ ਹੋਣ ਕਰਕੇ ਚਮਕੀਲੇ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਗਰਮ ਮੰਨਦੇ ਸੀ, ਜਦੋਂ ਕਿ ਚਮਕੀਲੇ ਦੇ ਗੀਤਾਂ 'ਚ ਕੋਈ ਐਡੀ ਜ਼ਿਆਦਾ ਲੱਚਰਤਾ ਨਹੀਂ ਸੀ, ਕਿਉਂਕਿ ਆਪ ਬਹੁਤ ਜ਼ਿਆਦਾ ਧਾਰਮਿਕ ਉਹਦੇ ਨਾਲ ਜੁੜੇ ਹੋਏ ਸੀ। ਇਸ ਕਰਕੇ ਉਹ ਤਾਂ ਹਰੇਕ ਦੂਸਰੇ ਕਲਾਕਾਰਾਂ ਦੇ ਵੀ ਉਹਨਾਂ ਨੇ ਨਾਂ ਲਏ ਸੀ ਵੀ ਕੋਈ ਵੀ ਕਲਾਕਾਰ ਠੀਕ ਨਹੀਂ ਕਰ ਰਿਹਾ, ਸਾਰੇ ਇਸ ਤਰ੍ਹਾਂ ਦੇ ਗੀਤ ਕਰ ਰਹੇ ਨੇ। ਜਿਹੜਾ ਬੰਦਾ ਆਪ ਧਾਰਮਿਕ ਜੁੜਿਆ ਹੁੰਦਾ ਉਹਨੂੰ ਸਭ ਦੁਨੀਆ ਜਿਹੜੇ ਦੂਜੇ ਗੀਤ ਹੁੰਦੇ ਨੇ ਤੇ ਬਾਣੀ ਤੋਂ ਹਟ ਕੇ ਗੰਦੇ ਹੀ ਲੱਗਦੇ ਨੇ। ਚਮਕੀਲਾ ਗੰਦੇ ਨਹੀਂ ਸੀ ਗਾਉਂਦਾ ਗੀਤ। ਹਾਂਜੀ, ਚਮਕੀਲੇ ਦੇ ਕੋਈ ਜ਼ਿਆਦਾ ਇੱਕ ਦੋ ਗੀਤਾਂ ਨੂੰ ਛੱਡ ਕੇ ਕੋਈ ਗੰਦੇ ਨਹੀਂ ਕਹੇ। ਚਮਕੀਲੇ ਨਾਲ ਤਾਂ ਬਹੁਤ ਜ਼ਿਆਦਾ ਦੁਨੀਆ ਹੁਣ ਗੰਦਾ ਕਰ ਰਹੀ ਆ। ਬਿਲਕੁਲ, ਚਮਕੀਲੇ ਨੂੰ ਆਪਾਂ ਲੱਚਰ ਗਾਇਕ ਨਹੀਂ ਕਹਿ ਸਕਦੇ। ਚਮਕੀਲਾ ਜ਼ਿੰਦਗੀ ਨਾਲ ਜੁੜਵੀਆਂ ਗੱਲਾਂ ਗਾਉਂਦਾ ਸੀ। ਅੱਛਾ ਸਿਵਿਆ ਸਾਹਿਬ, ਇੱਕ ਗੱਲ ਹੋਰ ਵੀ ਜਦੋਂ ਤੁਸੀਂ ਉੱਥੇ ਚਲੇ ਗਏ, ਜਦੋਂ ਉਹਨਾਂ ਨੇ ਮਤਲਬ ਮਿਲ ਲਿਆ, ਉਹਨਾਂ ਨੂੰ ਕਹਿਤਾ ਵੀ ਤੇਰੀ ਆਵਾਜ਼ ਇੰਨੀ ਵਧੀਆ ਹੈ ਵੀ ਤੂੰ ਇਸ ਤਰ੍ਹਾਂ ਦਾ ਮੈਟਰ ਗਾ, ਉਸ ਤੋਂ ਬਾਅਦ ਜੀ ਫਿਰ ਤੁਸੀਂ ਉਹਨਾਂ ਕੀ ਕਿਹਾ ਵੀ ਉੱਥੇ ਜਾ ਕੇ ਉਸ ਤੋਂ ਬਾਅਦ ਕੀ ਉਹਨੇ ਜਦੋਂ ਉੱਥੇ ਉਹ ਕਹਿੰਦੇ ਵੀ ਤੁਸੀਂ ਐਂ ਕਰੋ, ਸਾਹਮਣੇ ਬਈ ਬਾਪੂ ਜੀ ਉਹ ਦਰਬਾਰ ਸਾਹਿਬ ਵੱਲ ਉਹਨਾਂ ਦਾ ਇਸ਼ਾਰਾ ਸੀ ਵੀ ਤੁਸੀਂ ਉੱਥੇ ਜਾ ਕੇ ਆਪਣੀ ਭੁੱਲ ਬਖਸ਼ਾ ਆਓ, ਅਸੀਂ ਭੁੱਲ ਬਖਸ਼ਾਉਣ ਵਾਲੇ ਕੌਣ ਹੈਗੇ ਆ। ਤਾਂ ਚਮਕੀਲਾ ਜੀ ਉੱਥੇ ਗਏ ਤਾਂ ਚਮਕੀਲਾ ਜੀ ਨੇ ਉਦੋਂ 5100 ਰੁਪਏ ਦੀ ਪੇ ਕਰਾਈ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਭੁੱਲ ਬਖਸ਼ਾਈ। ਉਹਨਾਂ ਨੇ ਕਿਹਾ ਵੀ ਮੈਨੂੰ ਸ਼ੁੱਧ ਸਪਸ਼ਟ ਬੁੱਧੀ ਬਖਸ਼ੋ ਜਿਸ ਨਾਲ ਮੈਂ ਪੰਜਾਬੀ ਸੱਭਿਆਚਾਰ ਦੀ ਤਨੋਂ ਮਨੋਂ ਸੇਵਾ ਕਰ ਸਕਾਂ। ਤੇ ਫਿਰ ਉਹਨਾਂ ਨੇ ਉਸ ਵੇਲੇ 5100 ਰੁਪਇਆ ਦੇ ਕੇ ਫਿਰ 42 ਨੰਬਰ ਕਮਰੇ ਦੇ ਵਿੱਚ ਆ ਗਏ ਤੇ 42 ਨੰਬਰ ਕਮਰੇ ਦੇ ਵਿੱਚ ਆ ਕੇ ਦੱਸੋ ਬਾਬਾ ਜੀ ਮੈਂ ਤੁਹਾਡੇ ਫੰਡ ਵਾਸਤੇ ਲੰਗਰ ਵਾਸਤੇ ਕੋਈ ਦਾਨ ਦੇਣਾ ਚਾਹੁੰਦਾ। ਤੇ ਉਹ ਕਹਿੰਦੇ ਵੀ ਅਸੀਂ ਕੋਈ ਦਾਨ ਨਹੀਂ ਲੈਣਾ, ਵੀ ਨਾ ਸਾਡੇ ਕੋਲ ਪੈਸਾ ਬਹੁਤ ਆ, ਕੋਈ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ। ਉਹਨਾਂ ਨੇ ਸਾਡੇ ਤੋਂ ਕੋਈ ਦਾਨ ਨਹੀਂ ਲਿਆ। ਫਿਰ ਅਸੀਂ ਰਸਤੇ ਦੇ ਵਿੱਚ ਵਾਪਸ ਜਦੋਂ ਆ ਰਹੇ ਸੀ, ਜਦੋਂ ਮੈਂ ਬਾਥਰੂਮ ਜਾਣ ਵਾਸਤੇ ਉਤਰਿਆ ਤਾਂ ਮੇਰੇ ਕੋਲ ਇੱਕ ਡਾਇਰੀ ਸੀ, ਤਾਂ ਉਸ ਡਾਇਰੀ ਦੇ ਵਿੱਚ ਚਮਕੀਲੇ ਨੇ ਮੇਰੇ ਧਾਰਮਿਕ ਗੀਤ ਪੜ੍ਹੇ, ਲਿਖੇ ਪੜ੍ਹ ਲਏ। ਵਾਹ ਜੀ ਵਾਹ। ਇਹਦਾ ਮਤਲਬ ਵੀ ਉਹਨਾਂ ਨੇ ਜਿਹੜੀ ਤੁਹਾਡੀ ਲੇਖਣੀ ਦੇਖੀ ਉਹ ਤੁਹਾਡੇ ਜਾਣ ਕੁਦਰਤੀ ਮੇਲ ਜਿਵੇਂ ਹੋਇਆ ਤੁਹਾਡਾ, ਉਸ ਵੇਲੇ ਤੱਕ ਯਾਨੀ ਚਮਕੀਲੇ ਨੂੰ ਇਹ ਗੱਲ ਦਾ ਨਹੀਂ ਪਤਾ ਸੀਗਾ ਇਹ ਵੀ ਖੁਦ ਲਿਖਦਾ ਸੀ, ਇਹ ਵੀ ਰਾਈਟਰ। ਹਾਂਜੀ। ਇਹਦਾ ਮਤਲਬ ਵੀ ਜਦੋਂ ਤੁਸੀਂ ਬਾਥਰੂਮ ਗਏ ਤਾਂ ਉਹਨਾਂ ਨੇ ਡਾਇਰੀ ਜਿਹੜੀ ਤੁਸੀਂ ਜਿਵੇਂ ਦੱਸ ਰਹੇ ਹੋ ਡਾਇਰੀ ਚੱਕ ਕੇ ਪੜ੍ਹੀ, ਡਾਇਰੀ ਪੜ੍ਹਨ ਤੋਂ ਬਾਅਦ ਜੀ ਫਿਰ ਉਹਨਾਂ ਕੀ ਤੁਹਾਨੂੰ ਫਿਰ ਉਹ ਕਹਿੰਦੇ ਵੀ ਤੁਸੀਂ ਆਹ 3 ਗੀਤਾਂ ਤਾਂ ਉਹਨਾਂ ਨੇ ਨਿਸ਼ਾਨੀਆਂ ਲਾਤੀਆਂ ਸੀ, ਤਾਂ ਅੱਜ ਖਾਲਸੇ ਦੇ ਸੁਣਿਆ ਦਸਤਾਨਾ ਕੇਸਰੀ ਤੇ ਨੀ ਤੋਂ ਨਰਕਾਂ ਜਾਵੇਂ ਸਰਹੰਦ ਦੀ ਦੁਬਾਰੇ ਤੇ ਕੁਝ ਗੀਤ ਮੈਨੂੰ ਹੋਰ ਲਿਖਣ ਵਾਸਤੇ ਕਿਹਾ ਵੀ ਤੁਸੀਂ ਲਿਖੋ, ਮੈਂ ਤੁਹਾਡੇ ਧਾਰਮਿਕ ਗੀਤ। ਅਸੀਂ 15 ਦਿਨਾਂ ਦੇ ਵਿੱਚ ਫਿਰ ਨਾਮ ਜਪ ਲੈ ਜਿਹੜੀ ਕੈਸਟ ਰਿਕਾਰਡ ਕਰਾਇਆ ਸੀ। ਯਾਨੀ ਜਿਹੜਾ ਪਹਿਲਾ LP ਆਇਆ ਨਾਮ ਜਪ ਲੈ ਜਾ, ਠੀਕ ਹੈ ਜੀ, ਉਹਦਾ ਜਵਾਬ ਇਸ ਤਰ੍ਹਾਂ ਬਣਿਆ ਵੀ ਤੁਹਾਡੀ ਡਾਇਰੀ ਦੇਖੀ ਉਹਨੇ, ਡਾਇਰੀ ਦੇਖਣ ਤੋਂ ਬਾਅਦ ਜਾਨੀ ਜਿਹੜੇ ਉਹਨੇ ਮਨ ਦੇ ਵਿੱਚ ਉਹਦੇ ਸੀਗੇ ਉਹਨੂੰ ਇਹ ਲੱਗਿਆ ਵੀ ਮੈਨੂੰ ਜਿਸ ਬੰਦੇ ਦੀ ਲੋੜ ਸੀ ਜਾਂ ਜਿਸ ਤਰ੍ਹਾਂ ਰਾਈਟਰ ਚਾਹੀਦਾ ਸੀਗਾ ਵੀ ਅੱਜ ਮੈਨੂੰ ਰੱਬ ਨੇ ਸਬੱਬੀ ਮਿਲਾਤਾ। ਇਹ ਇੱਕ ਜਰੀਆ ਸੀ, ਇਹ ਪ੍ਰਮਾਤਮਾ ਨੇ ਬਣਾਉਣਾ ਸੀ ਬਸ। ਉਸ ਤੋਂ ਬਾਅਦ 2.5 ਸਾਲ ਮੇਰੀ ਚਮਕੀਲੇ ਨਾਲ ਐਸੀ ਦੋਸਤੀ, ਐਸਾ ਸਾਥ ਨਿਭਿਆ, ਉਹਦੇ ਕੋਲੋਂ ਮੈਂ ਇੰਨਾ ਕੁਛ ਸਿੱਖਿਆ। ਉਸ ਬੰਦੇ ਕੋਲ ਐਡਾ ਭੰਡਾਰ ਸੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲਿਖਣ ਦਾ ਭੰਡਾਰ, ਬੋਲਣ ਦਾ ਭੰਡਾਰ, ਗਾਉਣ ਦਾ ਭੰਡਾਰ, ਕੰਪੋਜੀਸ਼ਨਾਂ ਦਾ ਭੰਡਾਰ, ਕੀ ਰੱਬ ਨੇ ਉਹਨੂੰ ਗੁਣ ਨਹੀਂ ਦਿੱਤੇ ਸੀ, ਉਸ ਬੰਦੇ ਨੂੰ ਅਥਾਹ ਗੁਣ ਦਿੱਤੇ ਸੀ। ਉਹ ਬੰਦਾ ਗੁਣਾਂ ਦੀ 16 ਕਲਾ ਸੰਪੂਰਨ ਸੀ ਅਮਰ ਸਿੰਘ। ਇਹ ਗੱਲ ਜੀ ਚਰਨਜੀਤ ਆਹੂਜਾ ਹਰੇਕ ਕਿਸੇ ਵਾਸਤੇ ਕਹਿੰਦਾ ਨਹੀਂ ਹੁੰਦਾ, ਪਰ ਉਹ ਅਮਰ ਸਿੰਘ ਚਮਕੀਲਾ ਬਾਰੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਉਹ ਅਮਰ ਸਿੰਘ ਚਮਕੀਲੇ ਬਾਰੇ ਇਹ ਗੱਲ ਜ਼ਰੂਰ ਅਜੇ ਵੀ ਕਹਿੰਦਾ ਉਹਦੇ ਮੂੰਹੋਂ ਸੁਣੀ ਹੈ ਵੀ ਵਾਕਈ ਉਹ ਬੰਦਾ ਹਰ ਕਲਾ ਸੰਪੂਰਨ ਸੀਗਾ, ਚਾਹੇ ਕੰਪੋਜੀਸ਼ਨ ਲਾ ਲਓ, ਕੁਛ ਵੀ ਲਾ ਲਓ, ਰਾਈਟਰ ਪੱਖੋਂ ਲਾ ਲਓ। ਕਿਉਂਕਿ ਇੱਕ ਘੱਟ ਪੜ੍ਹਿਆ ਹੋਇਆ ਬੰਦਾ ਵੀ ਦੇਖੋ ਜੀ ਐਸੇ ਮੁਹਾਵਰੇ, ਐਸੇ ਲੋਕ ਅਖਾਣਾ ਉਹਦੇ ਵਿੱਚ ਫਿੱਟ ਕਰ ਗਿਆ ਜਿਹੜਾ ਕਿ ਆਮ ਬੰਦੇ ਦੇ ਫਿੱਟ ਕਰਨ ਦੀ ਬਸ ਦੀ ਗੱਲ। ਮੈਂ ਕਹਿੰਦਾ ਜ਼ਿਆਦਾਤਰ ਕਲਾਕਾਰ ਜਿੱਦਾਂ ਬਾਬੂ ਸਿੰਘ ਮਾਨ ਹੋਣੀ ਨੇ, ਇਹਨਾਂ ਨੇ ਲੋਕ ਗੀਤਾਂ ਨੂੰ ਬਹੁਤ ਵਰਤਿਆ, ਲੋਕ ਅਖਾਣਾਂ ਨੂੰ ਬਹੁਤ ਵਰਤਿਆ, ਪਰ ਚਮਕੀਲੇ ਦੀ ਗਾਇਕੀ ਦੇ ਵਿੱਚ ਇੱਕ ਸਿਫਤ ਸੀ ਵੀ ਚਮਕੀਲਾ ਲੋਕ ਅਖਾਣਾਂ ਨੂੰ ਵਰਤਦਾ ਨਹੀਂ ਸੀ, ਲੇਕਿਨ ਆਪ ਐਸੀਆਂ ਗੱਲਾਂ ਵਰਤਦਾ ਸੀ ਜਿਹੜੀਆਂ ਲੋਕ ਅਖਾਣਾਂ ਦੇ ਬਰਾਬਰ ਹੋ ਜਾਂਦੀ। ਜਿਵੇਂ ਮੁੰਡਾ ਬੋਤਲ ਚੁੱਪ ਹੋ ਗਈ ਜਿੰਨਾ ਘੱਟਿਆ ਪਿਆ, ਦੇਖ ਲੈ ਕਬੀਲਦਾਰ ਡੱਟਿਆ ਪਿਆ ਹੈ ਜੀ, ਸੱਜਰੀ ਬਹੂ ਦੀ ਜਿਵੇਂ ਬਰੀ ਪਈ ਐ, ਨਹੀਂ ਸੁੱਖ ਨਾਲ ਡੱਬੀ ਮੇਰੀ ਭਰੀ ਪਈ ਐ, ਰੱਬ ਨੇ ਦਿੱਤੀਆਂ ਗਾਜਰਾਂ ਰੰਬਾ ਪਿੱਛੇ ਚੱਲੂਗਾ। ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨੇ ਮਤਲਬ ਉਹ ਬਣਾਤੀਆਂ ਜਿਹੜੀਆਂ ਲੋਕ ਗਾਥਾਵਾਂ ਵਾਂਗੂ ਬਣ ਗਈਆਂ ਜੀ। ਬਣ ਗਈਆਂ। ਠੀਕ ਹੈ ਜੀ। ਇਹਦਾ ਮਤਲਬ ਹੈ ਜਦੋਂ ਉਹਨੇ ਭੁੱਲ ਬਖਸ਼ਾਈ ਜਾਂ ਤੁਹਾਡਾ ਇਹ LP ਮਤਲਬ LP ਲਈ ਤੁਹਾਨੂੰ ਉਹਨੇ ਕਿਹਾ ਵੀ ਮੈਨੂੰ ਜੀ ਗੀਤ ਲਿਖ ਕੇ ਦਿਓ, ਨਾਮ ਜਪ ਲੈ, ਇਹ ਇੱਕ ਮਤਲਬ ਪਹਿਲੀ ਤੁਹਾਡੀ ਸਾਂਝ ਹੋ ਗਈ। ਮੇਰੇ ਤੋਂ ਜੀ ਜ਼ਿੰਦਗੀ ਦੇ ਉਹ ਖੁਸ਼ੀ ਦੇ ਪਲ ਅੱਜ ਤੱਕ ਨਹੀਂ ਭੁੱਲਦੇ। ਮੈਂ ਵੀ ਇਸ ਸੁਪਰਸਟਾਰ ਬੰਦੇ ਤੋਂ ਹੱਥੋਂ ਮੇਰੀ ਜਿਹੜੀ ਗੀਤਕਾਰੀ ਸ਼ੁਰੂ ਹੋ ਗਈ, ਉਸਦੇ ਦੇ ਹੱਥੋਂ ਗੀਤਕਾਰੀ ਸ਼ੁਰੂ ਹੋਈ ਨੂੰ ਉਸ ਐਸੀ ਪਿਉਂਦ ਬਖਸ਼ੀ ਕਿ ਉਸ ਤੋਂ ਬਾਅਦ ਮੇਰੇ ਇਹਨਾਂ ਗੀਤਾਂ ਨੂੰ 25-26 ਗੀਤ ਮੇਰੇ ਸਰਦੂਲ ਸਿਕੰਦਰ ਨੇ ਗਾਏ
ਤੇ ਸਰਜੀਤ ਬਿੰਦਰਖੀਏ ਨੇ ਗਾਏ। ਜੇਜੀ ਵੀ ਮੇਰੇ ਗੀਤਾਂ ਤੋਂ ਹਿੱਟ ਹੋਇਆ ਕਿ ਗਿੱਧੇ ਵਿੱਚ ਘੁੱਗੀਆਂ ਜੋੜਾ ਨੱਚਦਾ ਮਨਮੋਹਨ ਵਾਰਸ ਨੇ ਗੀਤ ਗਾਏ। ਦੁਰਗੇ ਰੰਗੀਲੇ ਨੇ ਗਾਏ। ਲਾਭ ਜਜੂਏ ਨੇ ਗਾਏ। ਸਤਵਿੰਦਰ ਬੁੱਗੇ ਨੇ ਗਾਏ। ਹਾਂਜੀ ਕੁਲਦੀਪ ਮਾਨਕ ਨੇ ਗਾਏ ਤੇ ਇੱਕ ਹੋਰ ਵੀ ਜਿਹੜੇ ਬਹੁਤ ਕਲਾਕਾਰ ਨੇ। ਅੱਛਾ ਜੀ ਇੱਕ ਗੱਲ ਹੋਰ ਸੀਗਾ ਜੀ। ਹਾਂਜੀ ਹਾਂਜੀ ਮੈਨੂੰ ਇਹ ਗੱਲ ਕਹਿੰਦੇ ਬਹੁਤ ਖੁਸ਼ੀ ਹੋ ਰਹੀ ਹੈ ਵੀ ਜਿਵੇਂ ਤੁਸੀਂ ਲਾਭ ਜੰਗਲੇ ਦਾ ਨਾਮ ਲਿਆ ਤਾਂ ਅੱਜ ਤੱਕ ਵੀ ਇਹ ਗੱਲ ਮਸ਼ਹੂਰ ਹੈ ਵੀ ਜਿਹੜਾ ਉਹਦਾ ਗੀਤ ਹਿੱਟ ਹੋਇਆ ਉਸ ਵੇਲੇ ਉਹ ਤੁਹਾਡੀ ਕਲਮ ਦੇ ਚੱਕ ਲੋ ਢੋਲਕੀ ਅਕਸ਼ੈ ਵਿਆਹ ਕਰਤਾਰੇ ਦਾ ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੈਂ ਸੀਵੇ ਜੀ ਤੁਹਾਨੂੰ ਜਿਹੜਾ ਹੋਰ ਗੱਲ ਪੁੱਛਣੀ ਚਾਹੁੰਦਾ ਵੀ ਚਮਕੀਲੇ ਨਾਲ ਤੁਹਾਡਾ ਇਹ ਮੇਲ ਹੋ ਗਿਆ ਠੀਕ ਹੈ ਜੀ ਧਾਰਮਿਕ ਐਲਪੀ ਆ ਗਿਆ। ਉਸ ਤੋਂ ਬਾਅਦ ਕੋਈ ਹੋਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਕਿ ਤੁਸੀਂ ਸਾਂਝੀ ਕਰਨੀ ਹੋਵੇ ਵੀ ਜ਼ਿੰਦਗੀ ਦੇ ਭੁੱਲ ਯਾਦ ਹੋਵੇ ਕੋਈ ਮਤਲਬ ਖਾੜੇ ਦੀ ਹੋਵੇ ਜਾਂ ਹੋਰ ਹੋਵੇ ਜਿਹੜੀ ਕਿ ਤੁਸੀਂ ਸਰੋਤਿਆਂ ਨੂੰ ਦੱਸਣੀ ਹੋਵੇ। ਜਿਹੜਾ ਗੀਤ ਹੋਣ ਦੇ ਵਿੱਚ ਆਇਆ ਬਾਬਾ ਤੇਰਾ ਨਨਕਾਣਾ ਉਹ ਕਿਸ ਤਰ੍ਹਾਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਉਹਦਾ ਕਿਵੇਂ ਸਬਬ ਬਣਿਆ ਉਹ ਵੀ ਵੀਰਾਂ ਨਾਲ ਮੇਰੇ ਨਾਲ ਸਾਂਝੀ ਜ਼ਰੂਰ ਕਰੋ ਗੱਲ। ਦੇਖੋ ਜਦੋਂ ਰੋਜ਼ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਅਰਦਾਸ ਦੇ ਵਿੱਚ ਇੱਕ ਲਾਈਨ ਆਉਂਦੀ ਆ ਕਿ ਨਾ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹਾਂਜੀ ਇਸ ਸੰਬੰਧ ਦੇ ਵਿੱਚ ਮੈਂ ਸੋਚਿਆ ਵੀ ਗੁਰਦੁਆਰਾ ਨਨਕਾਣਾ ਸਾਹਿਬ ਬਾਰੇ ਕੋਈ ਗੱਲ ਕੀਤੀ ਜਾਵੇ। ਇਹ ਸੋਚ ਬਾਰੇ ਮੈਂ ਦਿਮਾਗ 'ਚ ਪਲਾਟ ਬਣਾਉਂਦਾ ਰਿਹਾ ਵੀ ਕੀ ਲਿਖਾਂ ਵੀ ਕਿੱਦਾਂ ਲਿਖਾਂ ਵੀ ਗੁਰੂ ਨਨਕਾਣਾ ਸਾਹਿਬ ਦੀ ਗੱਲ ਕਿਵੇਂ ਲਿਖਾਂ ਜਿਹੜੀ ਅਰਦਾਸ ਦੇ ਵਿੱਚ ਰੋਜ਼ ਗੱਲ ਹੁੰਦੀ ਹਾਂਜੀ। ਤੇ ਮੈਂ ਉਦੋਂ ਕਚਹਿਰੀਆਂ ਵਿੱਚ ਸਰਵਿਸ ਕਰਦਾ ਸੀ। ਮੈਨੂੰ ਕਚਹਿਰੀਆਂ ਦੇ ਵਿੱਚ ਰਿਕਸ਼ਾ ਲੈ ਕੇ ਬੱਸ ਸਟੈਂਡ ਤੱਕ ਆਉਣ ਲਈ 10-15 ਮਿੰਟ ਲੱਗ ਜਾਂਦੇ ਹੁੰਦੇ ਸੀ। ਉਦੋਂ ਜ਼ਿਆਦਾ ਲੁਧਿਆਣੇ 'ਚ ਇੰਨੀ ਜ਼ਿਆਦਾ ਟ੍ਰੈਫਿਕ ਨਹੀਂ ਸੀ। ਮੈਂ ਆਪਣੇ ਜੇਬ ਦੇ ਵਿੱਚੋਂ ਟਿਕਟ ਕੱਢਿਆ ਤੇ ਮੇਰੇ ਦਿਮਾਗ 'ਚ ਜੋ ਗੱਲਾਂ ਆਈਆਂ ਵੀ ਜਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਥ ਮੁਕਾਈ ਹੋਏ ਪਿਆਸੇ ਖੂਨ ਦੇ ਵੀ ਭਾਈ ਹਾਂ ਕੀਰਤੀ ਇਰਤ ਫਰੰਗੀਆਂ ਕੀ ਵਰਤਿਆ ਭਾਣਾ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ। ਹਾਂਜੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਖਾੜਕੂਵਾਦ ਵੀ ਸੀ ਪੰਜਾਬ ਦੇ ਵਿੱਚ। ਉਹ ਦਿਮਾਗ ਦੇ ਵਿੱਚ ਏਦਾਂ ਦੇ ਜਿਹੜੇ ਆਈਡੀਆ ਸੀ ਬਹੁਤ ਜ਼ਿਆਦਾ ਕਲਿੱਕ ਕਰਦੇ ਸੀ। ਯਾਨੀ ਇੱਕ ਲਿਖਾਰੀ ਜਾਂ ਕੋਈ ਰਾਈਟਰ ਕਹਿ ਲਓ ਉਹਦਾ ਇਹ ਨਹੀਂ ਪਤਾ ਵੀ ਉਹਦੇ ਖਿਆਲ ਕਦੋਂ ਮਨ ਦੇ ਵਿੱਚ ਕੋਮੜ ਪੈਣਾ ਉਸ ਦੇ ਵਿੱਚ ਉਹਨੂੰ ਲਿਖਣ ਲਈ ਜਰੀਆ ਚਾਹੀਦਾ। ਜਾਣੀ ਉਹ ਟਿਕਟ ਕਹਿ ਲਓ ਜਾਂ ਕਾਗਜ਼ ਕਹਿ ਲਓ ਰਿਕਸ਼ੇ ਤੇ ਬੈਠੇ ਤੁਹਾਡੇ ਮਨ ਦੇ ਵਿੱਚ ਇਹ ਆਈਡੀਆ ਆਇਆ। ਹਾਂਜੀ ਉਹ ਮੈਂ ਲਿਖਿਆ ਤੇ ਮੈਂ ਚਮਕੀਲੇ ਦੇ ਦਫ਼ਤਰ ਦੇ ਕੋਲੇ ਆ ਕੇ ਰਿਕਸ਼ਾ ਕੱਢਦਾ ਸੀ। ਉੱਥੇ ਆ ਕੇ ਉਹ ਗੀਤ ਸਮਾਪਤ ਹੋ ਗਿਆ। ਰੱਬ ਦਾ ਤੁਸੀਂ ਸਬੱਬ ਦੇਖੋ ਤੇ ਸਮਾਪਤ ਹੋਇਆ ਤੇ ਚਮਕੀਲਾ ਦਰਾਂ ਦੇ ਮੂਹਰੇ ਖੜਾ ਸੀ ਆਪਦੇ ਦਫ਼ਤਰ ਦੇ ਮੂਹਰੇ। ਮੈਂ ਜਾ ਕੇ ਮੈਂ ਕਿਹਾ ਵੀ ਚਮਕੀਲੇ ਹੁਣੇ ਲਿਖ ਕੇ ਲਿਆਂਦਾ ਗੀਤ ਦੇਖ। ਉਹ ਕਹਿੰਦਾ ਵੀ ਤੈ ਲੱਗੀ ਪਈ ਆ ਬਸ ਦੂਜੇ ਦਿਨ ਖਾਮੋਸ਼ੀ ਬਣਾ ਦੀ 10-15 ਦਿਨਾਂ ਬਾਅਦ ਰਿਕਾਰਡਿੰਗ ਹੋ ਗਈ ਉਹਦੀ। ਬਸ ਗੀਤ ਨੇ ਮੈਨੂੰ ਅਮਰ ਕਰਨਾ ਸੀ ਚਮਕੀਲੇ ਨੂੰ ਅਮਰ ਕਰਨਾ ਸੀ। ਇਹ ਪਰਮਾਤਮਾ ਨੇ ਆਪ ਹੀ ਲਿਖਾਇਆ। ਮੈਂ ਇਹਦੇ ਵਿੱਚ ਲਿਖਣ ਵਾਲਾ ਕੁਝ ਨਹੀਂ ਸੀਗਾ। ਨਾਮ ਜਪ ਲੈ ਧਾਰਮਿਕ ਗੀਤ ਦੇ ਰਿਕਾਰਡ ਦੇ ਅੰਦਰ ਐਲਪੀ ਰਿਕਾਰਡ ਦੇ ਅੰਦਰ ਲੋਕਾਂ ਸਾਹਮਣੇ ਪੇਸ਼ ਕੀਤੇ ਜਿਸ ਨੂੰ ਲੋਕਾਂ ਨੇ ਬਹੁਤ ਸਲਾਹਿਆ। HMB ਕੰਪਨੀ ਨੇ ਇਸ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਅਗਲਾ LP ਬਾਬਾ ਤੇਰਾ ਨਨਕਾਣਾ ਜਿਸ ਦੇ ਵਿੱਚ ਮੇਰੇ 6 ਗੀਤ ਸੀ ਰਿਕਾਰਡ ਸੀ ਤੇ ਉਹ ਆਏ ਤੇ ਉਹਨਾਂ ਨਾਲ ਦੁਨੀਆ ਦੀਆਂ ਧਰਮ ਸਫਾਂ ਦੇ ਵਿੱਚ ਚਮਕੀਲੇ ਪ੍ਰਤੀ ਤਹਿਲਕਾ ਮਚ ਗਿਆ ਵੀ ਜੇ ਚਮਕੀਲੇ ਨੂੰ ਜੋ ਲੋਕ ਲੱਚਰਤਾ ਕਹਿੰਦੇ ਸੀ ਅੱਜ ਉਹ ਗੱਲ ਸਾਹਮਣੇ ਆ ਗਈ। ਚਮਕੀਲੇ ਦੀ ਲੱਚਰਤਾ ਨਹੀਂ ਚਮਕੀਲੇ ਦੀ ਦਮਦਾਰ ਆਵਾਜ਼ ਚੱਲ ਰਹੀ ਹੈ ਤੇ ਇਸ ਤੋਂ ਆ ਕੇ ਚਮਕੀਲੇ ਦੇ ਧਰਮ ਸਖਾਂ ਵਿੱਚ ਚਮਕੀਲੇ ਦੀ ਬੱਲੇ ਬੱਲੇ ਹੋਣ ਲੱਗੀ। ਗੁਰਦੁਆਰਿਆਂ ਵਿੱਚ ਚਮਕੀਲੇ ਦੇ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਨੀ ਤੂੰ ਨਰਕਾਂ ਜਾਵੇਂ ਸਰਾਂਦੀ ਦੁਬਾਰੇ ਗੀਤ ਆਮ ਵੱਜਣ ਲੱਗੇ ਤੇ ਚਮਕੀਲੇ ਨੂੰ ਮੈਂ ਆਪ ਦੇਖਿਆ ਵੀ ਗਾਤਰੇ ਪਾਏ ਲੋਕ ਚਮਕੀਲੇ ਨੂੰ ਜੱਫੀਆਂ ਪਾ ਕੇ ਚਮਕੀਲੇ ਦਾ ਮੂੰਹ ਚੁੰਮਦੇ ਸੀ। ਚਮਕੀਲਾ ਲੋਕਾਂ ਦੇ ਵਿੱਚ ਇੰਨਾ ਹਰਮਨ ਪਿਆਰਾ ਹੋ ਗਿਆ ਸੀ। ਵਾਹ ਜੀ ਵਾਹ। ਇਹ ਗੱਲਾਂ ਸੀਵੀਆ ਸਾਹਿਬ ਬਹੁਤ ਘੱਟ ਲੋਕਾਂ ਨੂੰ ਅੱਜ ਤੱਕ ਇਹ ਗੱਲਾਂ ਦਾ ਗਿਆਨ ਸੀਗਾ ਜਿਹੜੀਆਂ ਕਿ ਤੁਸੀਂ ਦੱਸ ਰਹੇ ਹੋ। ਅੱਛਾ ਜੀ ਇੱਕ ਗੱਲ ਹੋਰ ਦੱਸੋ ਇਹਦਾ ਮਤਲਬ ਤੁਹਾਡੀਆਂ ਗੱਲਾਂ ਤੋਂ ਇਹ ਗੱਲ ਕਲੀਅਰ ਹੋ ਗਈ ਵੀ ਉਸ ਵੇਲੇ ਗਰਮ ਖਿਆਲ ਨੂੰ ਜਾਂ ਜੋ ਕੁਝ ਵੀ ਸੀਗਾ ਉਹ ਲੋਕ ਵੀ ਚਮਕੀਲੇ ਨੂੰ ਜਾਨੀ ਉਨਾ ਹੀ ਪਿਆਰ ਕਰਦੇ ਸੀਗੇ। ਹਾਂਜੀ ਖਾੜਕੂਆਂ ਬਾਰੇ ਤਾਂ ਇੰਨਾ ਜੀ ਮਤਲਬ ਜਿਹੜੇ ਉਦੋਂ ਖਾੜਕੂ ਜਥੇਬੰਦੀ ਚਮਕੀਲੇ ਨੂੰ ਇੰਨਾ ਪਿਆਰ ਕਰਨ ਲੱਗੇ ਸੀ। ਇੱਕ ਵਾਰ ਦੀ ਗੱਲ ਹੈ ਕਿ ਲਿਬੜਾ ਪਿੰਡ ਜੋ ਕਿ ਦਰਾਹੇ ਤੋਂ ਖੰਨੇ ਦੇ ਦਰਮਿਆਨ ਦੇ ਵਿੱਚ ਪੈਂਦਾ ਲਿਬੜਾ ਬੱਸ ਵਾਲੇ ਵੀ ਕਾਫੀ ਮਸ਼ਹੂਰ ਨੇ। ਉਹਨਾਂ ਦੇ ਮੁੰਡੇ ਦੇ ਵਿਆਹ ਦੇ ਉੱਤੇ ਚਮਕੀਲੇ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਅਖਾੜਾ ਲਗਾਇਆ ਸੀ ਤੇ ਉਸ ਅਖਾੜੇ ਦੇ ਵਿੱਚ ਮੈਂ ਵੀ ਹਾਜ਼ਰ ਸੀ ਨਾਲ ਟੀਮ ਦੇ ਨਾਲ ਗਿਆ ਸੀ। ਤਾਂ ਉੱਥੇ GT ਰੋਡ ਦੇ ਉੱਤੇ 2.5-3 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਸੀ ਚਮਕੀਲੇ ਨੂੰ ਸੁਣਨ ਵਾਸਤੇ। ਉਹਨਾਂ ਨੇ ਸਟੇਜ ਵੀ ਚਮਕੀਲੇ ਦੀ ਬਹੁਤ ਉੱਚੀ ਰੱਖੀ ਹੋਈ ਸੀ ਤੇ ਉੱਥੇ ਕੋਈ ਘੱਟੋ ਘੱਟ ਨਹੀਂ ਤੇ 10-15 ਹਜ਼ਾਰ ਦਾ ਇਕੱਠ ਸੀ। ਉਹਨਾਂ ਦੇ ਆਪਣੇ ਰਿਸ਼ਤੇਦਾਰ ਭਾਵੇਂ 250-300 ਹੋਣਗੇ ਪਰ ਆਲੇ ਦੁਆਲੇ ਪਬਲਿਕ 10-15 ਹਜ਼ਾਰ ਦੇ ਗੇੜ ਦੇ ਵਿੱਚ ਆਈ ਸੀ। ਉੱਥੇ ਚਮਕੀਲੇ ਦਾ ਗੀਤ ਲੱਗਿਆ ਸੀ। ਅਜੇ 45 ਮਿੰਟ ਹੋਏ ਸੀ ਖਾੜਾ ਲੱਗੇ ਨੂੰ ਤੇ ਗੀਤ ਲੱਗਿਆ ਸੀ ਕੁੱਦ ਮਾਰ ਚੁੱਭੀਆਂ ਰੰਨ ਪਤਲੀ ਤਲਾ ਦੇ ਵਿੱਚ ਨਹਾਵੇ। ਤਾਂ ਬਾਬਾ ਅਰੂੜ ਸਿੰਘ ਅੰਬਾਲੇ ਸਾਈਡ ਵੱਲੋਂ ਆ ਰਹੇ ਸੀ ਗੱਡੀ ਦੇ ਵਿੱਚ
ਵਿੱਚ ਉਹਨਾਂ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਵੀ ਇਹ ਇੰਨਾ ਇਕੱਠ-ਬੱਠ ਕਾਹਦਾ ਹੈ? ਕਹਿੰਦੇ ਉਹੀ ਅਮਰ ਸਿੰਘ ਚਮਕੀਲਾ ਜਿਹੜਾ ਥੋੜ੍ਹੇ ਦਿਨ ਹੋਏ ਆਪਣੇ ਕੋਲੋਂ ਮਿਲ ਕੇ ਗਿਆ ਸੀਗਾ ਵੀ ਉਹਦਾ ਅਖਾੜਾ ਲੱਗਿਆ ਹੋਇਆ। ਬਾਬਾ ਰੂੜ ਸਿੰਘ ਨੇ 100 ਰੁਪਈਏ ਦੇ ਨੋਟ ਉੱਤੇ ਬਾਬਾ ਰੂੜ ਸਿੰਘ ਲਿਖ ਕੇ ਹਦਾਇਤ ਕੀਤੀ ਆਪਣੇ ਕਿਸੇ ਸੇਵਕ ਨੂੰ ਵੀ ਉਹ ਜੋ ਸਰਦਾਰ ਜੀ ਦਾੜੀ ਵਾਲੇ ਬੈਠੇ ਹਨ, ਉਸ ਟਾਈਮ ਮੈਂ ਸੀ, ਮੇਰੇ ਦਾੜਾ ਰੱਖਿਆ ਸੀ। ਦਾੜਾ ਕੱਟਣ ਦਾ ਕਾਰਨ ਮੈਂ ਤੁਹਾਨੂੰ ਫੇਰ ਕਦੇ ਕਿਸੇ ਦਿਨ ਤੁਹਾਡੇ ਨਾਲ ਸਾਂਝਾ ਕਰਾਂਗਾ, ਬਹੁਤ ਲੰਬੀ ਵਾਰਤਾ ਇਸ ਦੇ ਵਿੱਚ। ਉਹਨਾਂ ਨੇ ਆ ਕੇ ਮੈਨੂੰ ਉਹ ਫੜਾਇਆ 100 ਦਾ ਨੋਟ, ਅਤੇ ਮੈਂ ਜਦੋਂ ਚਮਕੀਲੇ ਨੇ ਆਪਣੇ ਬੋਲ ਹਟਾਏ ਅਤੇ ਅਮਰਜੋਤ ਗਾ ਰਹੀ ਸੀ ਤਾਂ ਮੈਂ ਉਸ ਨੂੰ ਦਿਖਾਇਆ ਵੀ ਬਾਬਾ ਰੂੜ ਸਿੰਘ ਨੇ 100 ਰੁਪਈਆ ਨਾਮ ਵਾਸਤੇ ਭੇਜਿਆ। ਚਮਕੀਲੇ ਨੇ ਉਸੇ ਟਾਈਮ ਉਹ ਜਿਹੜਾ ਗੀਤ ਸੀ ਉੱਥੇ ਥੰਮ ਦਿੱਤਾ ਅਤੇ ਉੱਥੇ ਬਕਾਇਦਾ ਐਲਾਨ ਕੀਤੀ ਵੀ ਇੱਕ ਬਹੁਤ ਹੀ ਸਨਮਾਨਯੋਗ ਹਸਤੀ ਧਾਰਮਿਕ ਬਾਬਾ ਜੀ ਮੈਨੂੰ 100 ਰੁਪਏ ਦਾ ਨਾਮ ਭੇਜ ਰਹੇ ਨੇ। ਉਹਨਾਂ ਨੇ ਉਹ 100 ਦਾ ਨਾਮ ਨੋਟ ਤਾਂ ਵਿੱਚ ਪਾ ਲਿਆ ਅਤੇ ਆਪਣੀ ਜੇਬ ਦੇ ਵਿੱਚੋਂ 1100 ਰੁਪਈਆ ਕੱਢ ਕੇ ਲੰਗਰ ਵਾਸਤੇ ਬਾਬਾ ਜੀ ਨੂੰ ਦੇਣ ਲਈ ਕਿਹਾ, ਅਤੇ ਨਾਲ ਹੀ ਕਿਹਾ ਕਿ ਬਾਬਾ ਜੀ ਮੈਂ ਇੱਕ ਤੁਹਾਨੂੰ ਗੀਤ ਸੁਣਾ ਰਿਹਾ ਅਤੇ ਗੀਤ ਸੁਣ ਕੇ ਜਾਇਓ। ਉਦੋਂ ਸਾਤੋਂ ਬਾਬਾ ਤੇਰਾ ਖੋਲ੍ਹਿਆ ਤੇਰਾ ਨਗਣਾ ਗੀਤ ਅਜੇ ਰਿਲੀਜ਼ ਨਹੀਂ ਸੀ ਹੋਇਆ, ਅਤੇ ਚਮਕੀਲੇ ਨੇ ਉਹ ਗੀਤ ਰਿਕਾਰਡ ਸੁਣਾਇਆ। ਜਦ ਤੱਕ ਮੈਂ ਬਾਬਾ ਰੂੜ ਸਿੰਘ ਪਹੁੰਚ ਤੱਕ ਗਿਆ, ਜਦ ਤੱਕ ਗੀਤ ਸਮਾਪਤ ਹੋ ਚੁੱਕਿਆ ਸੀ। ਬਾਬਾ ਜੀ ਨੇ ਕਿਹਾ ਵੀ ਇਹਨਾਂ ਨੂੰ ਕਹੋ ਇੱਕ ਧਾਰਮਿਕ ਗੀਤ ਹੋਰ ਲਾਓ, ਅਤੇ ਮੈਂ ਦੂਰੋਂ ਇਸ਼ਾਰਾ ਕੀਤਾ ਵੀ ਬਾਬਾ ਜੀ ਇੱਕ ਹੋਰ ਧਾਰਮਿਕ ਗੀਤ ਦੀ ਮੰਗ ਕਰ ਰਹੇ ਨੇ। ਤਾਂ ਫਿਰ ਇਹਨਾਂ ਨੇ ਗੀਤ ਲਾਇਆ ਨੀ ਤੂੰ ਨਰਕਨ ਜਾਵੇਂ ਸਰਹੰਦ ਦੀ ਦੀਵਾਰੇ, ਅਤੇ ਬਾਬਾ ਜੀ ਕਹਿੰਦਾ ਵੀ ਵਾਕਿਆ ਹੀ ਸ਼ੇਰ ਦਿਲ ਆਵਾਜ਼ ਆ, ਇਸ ਨੂੰ ਕੋਈ ਵੀ ਬੰਦਾ ਮਾਰਨ ਵਾਲਾ ਨਹੀਂ ਜੰਮਿਆ, ਇਹ ਰਹਿੰਦੀ ਦੁਨੀਆ ਤੱਕ ਅਮਰ ਰਹੂਗਾ। ਅਤੇ 9 ਵਜੇ ਦਾ ਅਮਰ ਚਮਕੀਲਾ ਸ਼ਾਇਦ ਇਹ ਬਾਬਾ ਜੀ ਦੇ ਬੋਲ ਨੇ ਕਿ ਜਿੰਨਾ ਚਿਰ ਤੱਕ ਇਹ ਦੁਨੀਆ ਰਹੂਗੀ ਕਲਾਕਾਰ ਆਉਂਦੇ ਜਾਣੇ ਨੇ ਜਾਂਦੇ ਜਾਣੇ ਨੇ, ਆਉਂਦੇ ਜਾਣੇ ਨੇ ਜਾਂਦੇ ਜਾਣੇ ਨੇ, ਪਰ ਅਮਰ ਸਿੰਘ ਚਮਕੀਲੇ ਦਾ ਸਬਸਟੀਟਿਊਟ ਦੁਨੀਆ ਦੇ ਉੱਤੇ ਕਦੇ ਵੀ ਨਹੀਂ ਆਵੇਗਾ। ਵਾਹ ਜੀ ਵਾਹ। ਅੱਛਾ ਜੀ, ਬਹੁਤ ਤੁਸੀਂ ਸਾਨੂੰ ਇਹੋ ਜਿਹੀਆਂ ਗੱਲਾਂ ਬਾਰੇ ਜਾਣਕਾਰੀ ਦੇ ਰਹੇ ਹੋ ਜਿਹੜੀਆਂ ਕਿ ਅੱਜ ਤੱਕ ਪੰਜਾਬੀ ਲੋਕਾਂ ਨੂੰ ਬਹੁਤ ਸ਼ਾਇਦ ਘੱਟ ਪਤਾ ਸੀਗਾ। ਅੱਛਾ ਸਿਵਾ ਸਾਹਿਬ, ਇੱਕ ਗੱਲ ਹੋਰ ਦੱਸੋ ਵੀ ਜਦੋਂ ਤੁਸੀਂ ਕਹਿੰਦੇ ਵੀ ਚਮਕੀਲਾ ਸਾਹਿਬ ਨੂੰ ਲੈ ਕੇ ਤੁਸੀਂ ਦਰਬਾਰ ਸਾਹਿਬ ਗਏ ਤਾਂ ਇਹਨਾਂ ਨੇ ਉੱਥੇ ਸੁਣਨ ਦੇ ਵਿੱਚ ਇਹ ਆਇਆ ਪ੍ਰੈਸ ਦੇ ਵਿੱਚੋਂ ਵੀ ਉਹਨਾਂ ਨੇ ਮਾਫੀ ਵਗੈਰਾ ਮੰਗ ਲਈ ਸੀਗੀ, ਦੇਗ ਵਗੈਰਾ ਕਰਾਈ ਸੀ, ਉਹ ਪਲ ਜ਼ਰੂਰ ਸਾਡੇ ਵੀਰਾਂ ਨਾਲ ਸਾਂਝੇ ਕਰੋ। ਇਹ ਉੱਥੇ ਮਾਫੀ ਮੰਗਣ ਜ਼ਰੂਰ ਗਏ ਸੀ, ਪਰ 5 ਵਾਰ ਜਿਹੜੀ ਉੱਥੇ 5 ਮੈਂਬਰੀ ਕਮੇਟੀ ਸੀ, ਬਾਬਾ ਜਫਰਵਾਲ ਅਤੇ ਬਾਬਾ ਰੂੜ ਸਿੰਘ, ਬਾਬਾ ਪਰਮਜੀਤ ਸਿੰਘ ਪੰਜਵੜ ਅਤੇ 2 ਹੋਰ ਬਾਬਾ ਜੀ ਸੀ, ਉਹਨਾਂ ਦੇ ਨਾਂ ਮੈਂ ਨਹੀਂ ਜਾਣਦਾ ਹੈਗਾ। ਜਦੋਂ ਅਸੀਂ ਮਾਫੀ ਮੰਗਣ ਉਹਨਾਂ ਦੇ ਕੋਲ ਗਏ, ਉਹ ਕਹਿੰਦੇ ਮਾਫੀ ਅਸੀਂ ਦੇਣ ਵਾਲੇ ਨਹੀਂ, ਨਾ ਸਾਡੇ ਕੋਲ ਮਾਫੀ ਦੇਣ ਦੀ ਕੋਈ ਤਾਕਤ ਆ। ਵੀ ਸਾਹਮਣੇ ਉਹ ਬਾਪੂ ਦਾ ਦਰਬਾਰ ਆ, ਉਹਨਾਂ ਦਾ ਇਸ਼ਾਰਾ ਦਰਬਾਰ ਸਾਹਿਬ ਵੱਲ ਸੀ। ਉਹ ਕਹਿੰਦੇ ਤੁਸੀਂ ਉੱਥੇ ਜਾ ਕੇ ਅੰਮ੍ਰਿਤ ਦੇ ਕਰਾ ਕੇ ਆਓ। ਤਾਂ ਉਸ ਟਾਈਮ ਅਮਰ ਸਿੰਘ ਚਮਕੀਲੇ ਨੇ 5100 ਰੁਪਈਏ ਦੀ ਦੇ ਕਰਾਈ ਸੀ। ਦੇ ਕਰਾ ਕੇ ਜਦੋਂ ਵਾਪਸ ਆਇਆ, ਉਹ ਕਹਿੰਦੇ ਤੁਹਾਨੂੰ ਬਾਪੂ ਜੀ ਨੇ ਤੁਹਾਡੇ ਨੇ ਬਖਸ਼ ਦਿੱਤਾ, ਅਸੀਂ ਬਖਸ਼ਣ ਵਾਲੇ ਕੌਣ ਆ, ਅੱਜ ਤੋਂ ਬਾਅਦ ਤੁਸੀਂ ਧਾਰਮਿਕ ਸੇਵਾ ਕਰੋ। ਤਾਂ ਅਮਰ ਸਿੰਘ ਚਮਕੀਲੇ ਨੇ ਕਿਹਾ ਕਿ ਬਾਬਾ ਜੀ ਮੇਰਾ ਇੱਕ LP ਰਿਕਾਰਡ ਹੋਰ HMV ਦੇ ਵਿੱਚ ਪਿਆ, ਉਸ ਨੂੰ ਮੈਂ ਰੋਕ ਨਹੀਂ ਸਕਦਾ। ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਜਿੱਥੇ ਇੰਨੇ LP ਆ ਗਏ, ਤੁਹਾਡਾ ਇੱਕ LP ਅੱਜ ਤੋਂ ਬਾਅਦ ਤੁਸੀਂ ਧਰਮ ਗਾਓ, ਜੇ ਦੂਸਰਾ ਵੀ ਗਾਉਣਾ ਉਹਨੂੰ ਥੋੜ੍ਹਾ ਜਿਹਾ ਸੁਧਾਰ ਕੇ ਗਾਓ, ਅਸੀਂ ਇਹ ਨਹੀਂ ਗਾਉਂਦੇ ਵੀ ਸਾਰਾ ਧਾਰਮਿਕ ਹੀ ਗਾਓ। ਅਤੇ ਬਾਬਾ ਜੀ ਉਹਨਾਂ ਨੇ ਸਾਰਿਆਂ ਨੇ ਬਾਬਿਆਂ ਨੇ ਇਹਨੂੰ ਹਿੱਕ ਨਾਲ ਲਾ ਕੇ, ਸਾਨੂੰ ਯਾਦ ਆ ਵੀ ਸਾਨੂੰ ਬਾਬਾ ਜੀ ਨੇ ਉੱਥੇ ਇੱਦਾਂ ਦੀ ਚਾਹ ਪਿਲਾਈ ਸੀ, ਅਤੇ ਜਦ ਇੱਕ ਗਲਾਸ ਸਾਡਾ ਚਾਹ ਪੀਣਾ ਸਾਨੂੰ ਗਰਮੀ ਆ ਗਈ ਸੀ, ਪਤਾ ਨਹੀਂ ਉਹਨਾਂ ਨੇ ਉਸ ਦੇ ਵਿੱਚ ਕੀ ਪਾਇਆ ਦੀ। ਚਮਕੀਲਾ ਨੇ ਉਹ ਚਾਹ ਦੀ ਬੜੀ ਸਿਫਤ ਕਰਦਾ ਸੀ, ਕਹਿੰਦਾ ਵੀ ਬਾਬਾ ਜੀ ਕੋਲ ਮੌਕਾ ਮਿਲਿਆ ਤਾਂ ਮੁੜ ਕੇ ਉਹ ਚਾਹ ਜ਼ਰੂਰ ਪੀਵਾਂਗੇ, ਪਰ ਸਾਨੂੰ ਮੁੜ ਕੇ ਮੌਕਾ ਨਹੀਂ ਲੱਗਿਆ ਕਿਉਂਕਿ ਚਮਕੀਲਾ ਸਾਹਿਬ ਤਾਂ ਦੁਨੀਆ ਤੋਂ ਰੁਖਸਤ ਹੋ ਗਏ। ਪਰ ਅਜੇ ਤੱਕ ਵੀ ਸਾਨੂੰ ਗੱਲਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਜਦੋਂ ਯਾਦ ਆਉਂਦੀਆਂ ਨੇ ਤਾਂ ਇੱਦਾਂ ਇਸ ਤਰ੍ਹਾਂ ਲੱਗਦਾ ਸਾਨੂੰ ਜਿਵੇਂ ਅੱਜ ਤੱਕ ਚਮਕੀਲਾ ਸਾਹਿਬ ਦੇ ਕੋਲ ਹੀ ਬੈਠੇ ਹੋਈਏ। ਇੱਕ ਮੈਂ ਸਰੋਤਿਆਂ ਨਾਲ ਗੱਲ ਹੋਰ ਕਰਨੀ ਚਾਹੁੰਦਾ ਵੀ ਚਮਕੀਲੇ ਨੂੰ ਸੁਰਗਵਾਸ ਹੋਏ ਨੂੰ ਦੁਨੀਆ ਤੋਂ ਤਕਰੀਬਨ 24-25 ਸਾਲ ਹੋ ਗਏ, ਪਰ ਕੋਈ ਰਾਤ ਹੀ ਹੁੰਦੀ ਆ ਕਿ ਮੈਨੂੰ ਉਹਦਾ ਸੁਪਨਾ ਨਾ ਆਉਂਦਾ ਵੇ, 2-4 ਦਿਨਾਂ ਬਾਅਦ ਉਹ ਮੈਨੂੰ ਸੁਪਨਿਆਂ ਦੇ ਵਿੱਚ ਜ਼ਰੂਰ ਮਿਲਦਾ। ਦੇਖੋ ਇਹ ਹੈ ਜੀ ਮਤਲਬ ਤੇ ਉਹ ਤਲਕ ਵਾਲੀ ਜਿਵੇਂ ਕਹਿ ਦਈਏ ਮੁਹੱਬਤਾਂ ਜਿਨ੍ਹਾਂ ਦੇ ਸੱਚੀ ਹੁੰਦੀਆਂ ਨੇ। ਇੱਕ ਗੱਲ ਹੋਰ ਆ, ਸਰੋਤੇ ਵੀਰ ਜਿਹੜੇ ਮੇਰੇ ਵੀਰ ਬੈਠੇ ਦੇਖ ਰਹੇ ਹੋਣਗੇ, ਉਹਨਾਂ ਨੂੰ ਇਹ ਗੱਲਾਂ ਸੁਣ ਕੇ ਅਚੰਭਾ ਵੀ ਹੋਊਗਾ ਔਰ ਖੁਸ਼ੀ ਵੀ ਹੋ ਰਹੀ ਹੋਊ ਵੀ ਆਹ ਗੱਲਾਂ ਜਿਹੜੀਆਂ ਸੀਗੀਆਂ ਅੱਜ ਕਲੀਅਰ ਹੋ ਗਈਆਂ। ਕਿਉਂਕਿ ਆਮ ਪ੍ਰੈਸ ਦੇ ਵਿੱਚ ਅੱਗੇ ਗੱਲ ਚੱਲਦੀ ਰਹਿੰਦੀ ਸੀ ਵੀ ਚਮਕੀਲੇ ਯਾਰ ਮਾਫੀ ਮੰਗ ਲਈ ਸੀ, ਫਿਰ ਕਿਉਂ ਗੀਤ ਆਇਆ। ਇਹ ਗੱਲ ਵੀਰੋ, ਇਹ ਗੱਲ ਕਲੀਅਰ ਹੋ ਗਈ ਵੀ ਉਹਨੇ ਭਾਜੀ ਚਮਕੀਲਾ ਜੀ ਨੇ ਇਹ ਗੱਲ ਕਲੀਅਰ ਕਰਤੀ ਸੀ ਦਰਬਾਰ ਸਾਹਿਬ ਜਾ ਕੇ ਵੀ ਮੇਰਾ ਇੱਕ LP ਰਿਕਾਰਡ ਹੋਇਆ ਪਿਆ, ਉਹਨੂੰ ਮੈਂ ਰੋਕ ਨਹੀਂ ਸਕਦਾ। ਕਿਉਂਕਿ ਬਹੁਤ ਲੋਕਾਂ ਨੇ ਇਲਜ਼ਾਮ ਲਾਇਆ ਜੀ ਉਹਨੇ ਤਾਂ ਜੀ ਮਾਫੀ ਮੰਗ ਕੇ ਉਸ ਤੋਂ ਬਾਅਦ ਵੀ ਜੀ ਗਾਣਾ ਕਰਤਾ। ਕੋਈ ਵੀ ਕਲਾਕਾਰ ਆਉਂਦਾ ਜਦੋਂ ਉਹਦੀ ਰਿਕਾਰਡਿੰਗ ਹੋ ਜਾਂਦੀ ਹੈ ਤਾਂ ਉਹ ਕੰਪਨੀ ਦੀ ਇੱਕ ਤਰ੍ਹਾਂ ਦੇ ਅਧੀਨ ਹੋ ਜਾਂਦਾ ਔਰ ਰਿਲੀਜ਼ ਹੋਣਾ ਹੀ ਹੋਣਾ ਹੁੰਦਾ। ਸੋ ਇਸ ਕਰਕੇ ਜਿਹੜਾ ਮਤਲਬ ਗੀਤ ਬਾਅਦ ਚੋਂ ਆਏ ਜਿਹੜੇ ਉਹਦੇ ਦੋਸ਼ ਲੱਗੇ ਵੀ ਜੀ ਮਾਫੀ ਮੰਗ ਕੇ ਵੀ ਉਹ ਤਾਂ ਗਾਣੋਂ ਨਹੀਂ ਹਟਿਆ, ਇਹ ਗੱਲ ਅੱਜ ਕਲੀਅਰ ਹੋ ਗਈ। ਕਿਉਂਕਿ ਸਵੀਆ ਜੀ ਇਸ ਗੱਲ ਦੇ ਗਵਾਹ ਨੇ ਵੀ ਚਮਕੀਲਾ ਜੀ ਨੇ ਜੋ ਵੀ ਉਸ 5 ਮੈਂਬਰੀ ਕਮੇਟੀ ਸਾਹਮਣੇ ਗੱਲ ਪਹਿਲਾਂ ਕਲੀਅਰ ਕਰਤੀ ਸੀ ਵੀ ਸਾਡੇ ਜਿਹੜੇ ਗੀਤ ਨੇ ਜੀ ਉਹ ਰਿਕਾਰਡ ਹੋ ਚੁੱਕੇ ਨੇ, ਉਹਨਾਂ ਤੋਂ ਮੈਂ ਮਾਫੀ ਮੰਗਦਾ। ਔਰ ਉਹਨਾਂ ਨੂੰ ਬਕਾਇਦਾ ਇਹ ਗੱਲ ਦਾ ਗਿਆਨ ਸੀ, ਉਹਨਾਂ ਨੇ ਇਹ ਗੱਲ ਦੀ ਇਜਾਜ਼ਤ ਵੀ ਦਿੱਤੀ ਗਈ ਸੀ ਵੀ ਕੋਈ ਗੱਲ ਨਹੀਂ, ਜੇ ਗੀਤ ਜਿਹੜੇ ਹੋ ਗਏ ਉਹ ਰਿਲੀਜ਼ ਹੋ ਲੈਣ ਦਿਓ। ਹੋਰ ਭਾਜੀ ਕੋਈ ਇਸ ਤਰ੍ਹਾਂ ਦੇ ਯਾਦਗਾਰ ਪਲ, ਇੱਕ ਗੱਲ ਹੋਰ ਸਾਨੂੰ ਉਸ ਤੋਂ ਬਾਅਦ ਇਸ ਤੋਂ ਮਾਫੀ ਚਾਹਾਂਗੇ,
ਕੋਈ ਕਦੇ ਕੋਈ ਹੋਰ ਯਾਦਗਾਰ ਜਿਹੜੀ ਤੁਹਾਨੂੰ ਨਾ ਮਤ ਭੁੱਲਣ ਵਾਲੀ ਹੋਵੇ ਭਾਜੀ ਦਾ? ਜਦੋਂ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਤਾਂ ਇਹ ਕੋਈ 8-10 ਅਪ੍ਰੈਲ ਦੇ ਨੇੜੇ ਤੇੜੇ ਦੀ ਗੱਲ ਆ, ਵਿਸਾਖੀ ਤੋਂ ਪਹਿਲਾਂ ਦੀ ਗੱਲ ਆ। ਗਰਮੀ ਬਹੁਤ ਪਈ ਹੋਈ ਸੀ ਤਾਂ ਅਸੀਂ ਰਸਤੇ ਵਿੱਚ ਜਾ ਰਹੇ ਸੀ। ਮੈਂ ਕਿਹਾ ਭਾਜੀ ਵੀ ਪਿਆਸ ਬੜੀ ਲੱਗੀ, ਆਪਾਂ ਕਿਤੇ ਪਾਣੀ ਪੀਣਾ। ਉਹ ਰਸਤੇ ਦੇ ਵਿੱਚ ਉਹਨਾਂ ਨੂੰ ਪਿਆਸ ਉਹਨਾਂ ਨੂੰ ਵੀ ਲੱਗੀ ਸੀ। ਅਸੀਂ ਇੱਕ ਰਸਤੇ ਦੇ ਵਿੱਚ ਇੱਕ ਘਲਾੜੀ ਲੱਗੀ ਹੋਈ ਸੀ, ਇਸ ਘਲਾੜੀ 'ਤੇ ਠਹਿਰੇ ਅਤੇ ਉਹਨਾਂ ਨੇ ਸਾਨੂੰ ਲਿਮਕੇ ਪਿਲਾਏ। ਲਿਮਕੇ ਪਿਲਾ ਕੇ ਜਦ ਅਸੀਂ ਲਿਮਕੇ ਪੀ ਲਏ, ਉਹਨਾਂ ਨੇ ਆਪ ਫਿਰ ਰਸ ਪੀਤਾ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਸਾਨੂੰ ਲਿਮਕੇ ਪਿਲਾਏ ਅਤੇ ਆਪ ਰਸ ਪੀਤਾ, ਇਹ ਕੀ ਗੱਲ ਹੈ? ਉਹ ਕਹਿੰਦਾ ਵੀ ਜੇ ਮੈਂ ਤੁਹਾਨੂੰ ਰਸ ਪਿਲਾ ਦਿੰਦਾ, ਤੁਸੀਂ ਕਹਿਣਾ ਸੀ ਚਮਕੀਲੇ ਨੇ ਰਸ ਪਿਲਾ ਕੇ ਹੀ ਸਾਰਤਾ। ਵੀ ਮੈਂ ਕਿਹਾ ਵੀ ਸਾਡਾ ਵੀ ਦਿਲ ਰਸ ਪੀਣ ਨੂੰ ਕਰਦਾ ਸੀ। ਤਾਂ ਅੱਗੋਂ ਜਾ ਕੇ ਫਿਰ ਘਲਾੜੀ ਆਈ, ਅੱਗੇ ਘਲਾੜੀ 'ਤੇ ਜਾ ਕੇ ਫਿਰ ਉਹਨਾਂ ਨੇ ਵੀ ਰਸ ਪੀਤਾ ਅਤੇ ਸਾਨੂੰ ਵੀ ਰਸ ਪਿਲਾਇਆ। ਜਾਣੀ ਐਡੀ ਨਿਮਰਤਾ ਵਾਲਾ ਉਹ ਇਨਸਾਨ ਸੀਗਾ। ਜਦੋਂ ਅਸੀਂ ਬੈਠੇ ਹੁੰਦੇ ਸੀ ਤਾਂ ਚਮਕੀਲੇ ਦੇ ਸਾਹਮਣੇ ਇੱਕ ਕੁਲਚੇ ਛੋਲਿਆਂ ਦੀ ਰੇਹੜੀ ਲਾਉਂਦਾ ਹੁੰਦਾ ਸੀਗਾ ਬੰਦਾ। ਉਹਨੂੰ ਪਤਾ ਸੀ ਵੀ ਚਮਕੀਲੇ ਨੂੰ ਜਿੰਨੇ ਵੀ ਬੰਦੇ ਮਿਲਣ ਵਾਲੇ ਆਉਂਦੇ ਨੇ ਅਤੇ ਉਹ ਕੁਲਚੇ ਛੋਲੇ ਖਿਲਾਉਂਦਾ ਉਹਨਾਂ ਨੂੰ, ਪਤਾ ਜੋ ਵੀ ਬੰਦਾ ਮਿਲਣ ਆਉਂਦਾ ਉਹ ਘੱਟੋ ਘੱਟ ਜਾਣੀ ਚਮਕੀਲਾ ਰੋਜ਼ 100 ਬੰਦੇ ਨੂੰ ਕੁਲਚੇ ਛੋਲੇ ਉੱਥੇ ਖਿਲਾ ਦਿੰਦਾ ਜੀ। ਜੇ ਕਿਉਂਕਿ ਆਪ ਕੁਲਚੇ ਛੋਲੇ ਖਾਣ ਦਾ ਬੜਾ ਸ਼ੌਕੀਨ ਸੀ। ਜਦੋਂ ਆਪ ਨੂੰ ਕੁਲਚੇ ਛੋਲੇ ਖਿਲਾਉਂਦਾ ਸੀ, ਜਿਹਦੇ ਕੋਲ 50 ਬੰਦੇ ਆਉਂਦੇ ਸੀ ਤਾਂ 50 ਨੂੰ ਹੀ ਕੁਲਚੇ ਛੋਲੇ ਜਾਂਦੇ ਸੀਗੇ। ਅਤੇ ਚਮਕੀਲੇ ਦੇ ਤਕਰੀਬਨ 2-3 ਡਾਲੇ ਠੰਡਿਆਂ ਦੇ ਅਤੇ 250-300 ਚਾਹ ਦਾ ਕੱਪ ਅਤੇ 50 ਬੰਦਿਆਂ ਦੀ ਰੋਟੀ ਤਕਰੀਬਨ ਚਮਕੀਲੇ ਦੇ ਦਫ਼ਤਰ ਦੇ ਵਿੱਚ ਲੱਗ ਜਾਂਦੀ ਸੀ। ਉਹ ਐਡਾ ਬੰਦਾ ਖੁੱਲ੍ਹਦਿਲਾ ਇਨਸਾਨ ਸੀ। ਚਮਕੀਲੇ ਨੂੰ ਲੱਚਰ ਕਹਿਣ ਵਾਲੇ ਮੈਂ ਮਿੱਤਰਾਂ ਦੋਸਤਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਚਮਕੀਲਾ ਇੱਕ ਰੱਤੀ ਭਰ ਵੀ ਲੱਚਰ ਨਹੀਂ ਸੀ। ਤੁਸੀਂ ਚਮਕੀਲੇ ਦੀ ਗਾਇਕੀ ਨੂੰ ਅੱਜ ਦੀ ਗਾਇਕੀ ਦੇ ਨਾਲ ਮਾਪ ਕੇ ਦੇਖਿਓ ਬਈ ਮਤਲਬ ਜੇ ਚਮਕੀਲਾ ਅੱਜ ਜਿਉਂਦਾ ਰਹਿੰਦਾ, ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜਿਹੜੀਆਂ ਚੱਡੀਆਂ ਵਾਲੀਆਂ ਅੱਜ ਨੱਚਦੀਆਂ ਨੇ ਨਾ ਸਕਰੀਨਾਂ ਉੱਤੇ, ਉਹ ਨਹੀਂ ਸੀ ਇਹਨੇ ਨੱਚਣ ਦੇਣੀਆਂ। ਆਹ ਜਿਹੜੀ ਘਰਰ ਕਰਕੇ ਗਾਣੇ ਵਾਲੀ ਗਾਇਕੀ ਆ ਨਾ, ਇਹ ਸ਼ੰਭੂ ਬਾਰਡਰ ਤੋਂ ਪਰੇ ਹੀ ਰਹਿਣੀ ਸੀ। ਸ਼ੇਰ ਦਿਲੀ ਗਾਇਕੀ ਇਹਦੇ ਵਿੱਚ ਰਹਿਣੀ ਸੀ। ਚਮਕੀਲੇ ਦੇ ਮਰਨ ਦੇ ਨਾਲ ਜਿੱਥੇ ਗਾਇਕੀ ਨੂੰ ਢਾਲ ਲੱਗੀ, ਉੱਥੇ ਢਾਡੀਆਂ ਨੂੰ ਵੀ ਢਾਲ ਲੱਗੀ। ਅਗਰ ਅੱਜ ਚਮਕੀਲਾ ਜਿਉਂਦਾ ਹੁੰਦਾ ਤਾਂ ਢਾਡੀ ਕਲਾ ਵੀ ਅੱਜ ਜਿਉਣੀ ਰਹਿਣੀ ਸੀ, ਕਿਉਂਕਿ ਚਮਕੀਲੇ ਤੋਂ ਸੇਧ ਲੈ ਕੇ ਬਹੁਤ ਸਾਰੇ ਢਾਡੀ ਜਥੇ ਵੀ ਪੈਦਾ ਹੋਏ ਸੀ। ਚਮਕੀਲੇ ਦੀ ਗਾਇਕੀ ਦੇ ਵਿੱਚ ਇਤਨਾ ਦਮ ਸੀ। ਅੱਛਾ ਸਿਵਿਆ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਬਹੁਤ ਹੋ ਚੁੱਕੀਆਂ ਨੇ, ਮਨ ਦੇ ਵਿੱਚ ਤਾਂ ਹੋਰ ਵੀ ਬਹੁਤ ਖਿਆਲਾਤ ਆ ਰਹੇ ਨੇ, ਪਰ ਫਿਰ ਵੀ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਕਿ ਹੋਣੀਆਂ ਬਹੁਤ ਜ਼ਰੂਰੀ ਨੇ। ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਉਹਨਾਂ ਦੇ ਵਿੱਚ ਸ਼ਾਗਿਰਦਾਂ ਬਾਰੇ ਬੜੇ ਲੋਕ ਹਰੇਕ ਹੀ ਕਹਿੰਦੇ ਵੀ ਕਿ ਮੈਂ ਅੰਮ੍ਰਿਤ ਸਿੰਘ ਚਮਕੀਲਾ ਸ਼ਾਗਿਰਦ ਹਾਂ। ਤੁਸੀਂ ਤਾਂ ਬਹੁਤ ਸਮਾਂ ਨੰਬਰ ਨਾਲ ਰਹੇ ਹੋ, ਤੁਹਾਨੂੰ ਇਹਦੇ ਬਾਰੇ ਬਹੁਤ ਗਿਆਨ ਹੈ। ਹਾਂਜੀ, ਜਦੋਂ ਮੈਂ ਉਹਨਾਂ ਦੇ ਨਾਲ ਰਹਿੰਦਾ ਸੀਗਾ, ਉਹ ਸ਼ਾਗਿਰਦ ਬਣਾਉਣ ਦੇ ਵਿੱਚ ਬਹੁਤ ਘੱਟ ਇੰਟਰਸਟਡ ਸੀ ਜੀ। ਤੇ ਰਣਜੀਤ ਮਣੀ ਉਹਨਾਂ ਦੇ ਗੋਡੀ ਹੱਥ ਲਾਉਣਾ ਮੈਂ ਦੇਖਿਆ ਜ਼ਰੂਰ। ਮੇਰੇ ਸਾਹਮਣੇ ਜਿਹੜੀ ਸ਼ਾਗਿਰਦੀ ਹੋਈ ਆ ਉਹ ਚਮਕੀਲੇ ਦੀ, ਜਿਹਨੂੰ ਅਸੀਂ ਬੱਬੂ ਕਹਿੰਦੇ ਹੁੰਦੇ ਸੀਗੇ ਜੀ, ਬਸ ਉਹਦੀ ਸ਼ਾਗਿਰਦੀ ਹੋਈ ਆ। ਇਹ 2 ਹੀ ਸ਼ਾਗਿਰਦ ਸੀ, ਬਾਕੀ ਲੱਲੀ ਛੱਲੀ ਤਾਂ ਬਹੁਤ ਕਹੀ ਜਾਂਦੇ ਨੇ ਅਸੀਂ ਸ਼ਾਗਿਰਦਾਂ 'ਚ ਫਲਾਣਾ। ਜਿਹੜੇ ਉਹਦੇ ਦਫ਼ਤਰ ਦੇ ਮੂਹਰੇ ਜਿਵੇਂ ਲੰਘੇ ਉਹ ਵੀ ਅੱਜ ਕੱਲ੍ਹ ਆਪਣੇ ਆਪ ਨੂੰ ਸ਼ਾਗਿਰਦ ਕਹੀ ਜਾਂਦੇ ਨੇ। ਇਹ 2 ਹੀ ਸ਼ਾਗਿਰਦ ਸੀ ਜੀ ਉਹਦੇ। ਅਸਲ ਦੇ ਵਿੱਚ ਜਾਣੀ ਇਹ 2 ਸ਼ਾਗਿਰਦ ਹੋਏ ਨੇ, ਬਾਕੀ ਕਹਿਣ ਨੂੰ ਤਾਂ ਹੋਰ ਕੋਈ ਕੁਝ ਕਹੀ ਜਾਵੇ। ਇਹਨਾਂ ਦਾ ਨਾਂ ਵੇਚਣ ਨੂੰ ਜੋ ਮਰਜ਼ੀ ਵੇਚੀ ਜਾਵੇ, ਚਮਕੀਲੇ ਵਰਗਾ ਕਿਹਨੇ ਬਣ ਜਾਣਾ, ਕਿਹਨੇ ਗਾ ਲੈਣਾ ਬਾਈ, ਕਿਹਨੇ ਗਾ ਲੈਣਾ। ਬਿਲਕੁਲ ਜੀ, ਬਿਲਕੁਲ। ਅੱਜ ਕੱਲ੍ਹ ਦੇ ਨਵੇਂ ਕਲਾਕਾਰ ਵੀ ਜਿਹੜੇ ਨਵੇਂ ਮੁੰਡੇ ਉੱਠ ਰਹੇ ਨੇ, ਤਾਂ ਮੈਂ ਇਹ ਗੱਲ ਕਹਿਣ ਦੇ ਵਿੱਚ ਫਖਰ ਮਹਿਸੂਸ ਕਰਦਾ ਬਈ ਮੈਂ ਇਹ ਦੇਖਿਆ ਵੀ ਜਿਹੜੇ ਮੁੰਡੇ ਨਵੇਂ ਆ ਰਹੇ ਨੇ, ਚਾਹੇ ਗਿੱਪੀ ਗਰੇਵਾਲ ਹੈ, ਚਾਹੇ ਪ੍ਰਿੰਸ ਹੈ, ਜਾਂ ਜੋ ਵੀ ਨੇ, ਚਾਹੇ ਜਿਵੇਂ ਮੁੰਡਾ ਹੁਣ ਹੈ ਗੈਰੀ ਸੰਧੂ ਹੈ, ਜਿਹੜੇ ਮੈਂ ਨਵੇਂ ਮੁੰਡੇ ਦੇਖ ਰਿਹਾ ਉਹ ਮਤਲਬ ਆਪਦੇ ਆਪ ਨੂੰ ਧੰਨ ਭਾਗ ਸਮਝਦੇ ਨੇ ਵੀ ਯਾਰ ਜੇ ਉਹਦਾ ਇੱਕ ਅੱਧਾ ਅੰਤਰ ਆ ਜਾ, ਉਹਦੀ 27 ਗਾ ਕੇ ਅਸੀਂ ਮਤਲਬ ਹਿੱਟ ਹੋ ਜਾਈਏ। ਲਓ ਜੀ, ਮੈਂ ਤੁਹਾਨੂੰ ਆਪ ਦੱਸਦਾ, ਪਿਛਲੀ ਵਰਸੀ ਦੇ ਉੱਤੇ ਰੋਸ਼ਨ ਪ੍ਰਿੰਸ ਇੱਥੇ ਆਇਆ ਸੀ। ਉਹ ਆਪਣੇ ਮੂੰਹੋਂ ਆਪ ਕਹਿ ਕੇ ਗਿਆ ਸੀ ਵੀ ਜਿਹੜੀਆਂ ਮੇਰੀਆਂ ਪਹਿਲੀਆਂ ਕੈਸਟਾਂ ਨੇ ਉਹਨਾਂ ਦੇ ਨਾਲ ਤਾਂ ਮੈਂ ਲੋਕਾਂ ਦੇ ਵਿੱਚ ਕਹਿੰਦਾ ਬਸ YouTube ਤੇ ਵਾਹਵਾ ਹੀ ਕੱਟੀ ਆ। ਜਦੋਂ ਚਮਕੀਲੇ ਦੀ ਲਾਈਨ ਜਦੋਂ ਭਾਈ ਤੇ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ, ਕਹਿੰਦਾ ਉਸ ਦਿਨ ਤੋਂ ਬਾਅਦ ਮੈਨੂੰ ਪ੍ਰੋਗਰਾਮ ਪੈਣੇ ਸ਼ੁਰੂ ਹੋਏ ਨੇ। ਜਾਣੀ ਚਮਕੀਲੇ ਦੀ ਲਿਖਤ ਇੱਥੇ ਤੱਕ ਰੰਗ ਲੈ ਕੇ ਆਉਂਦੀ ਆ। ਹੁਣ ਤਾਂ ਬਹੁਤ ਲੋਕ ਲੱਲੀ ਠੱਲੀ ਹਰੇਕ ਆਪਣੇ ਉਹਦੇ ਵਿੱਚ ਚਮਕੀਲੇ ਦੀ ਕੋਈ ਨਾ ਕੋਈ ਲਾਈਨ ਡਾਇਰੈਕਟਲੀ ਇਨਡਾਇਰੈਕਟਲੀ ਪਾ ਕੇ ਆਪਣੀਆਂ ਰੋਟੀਆਂ ਸੇਕ ਰਿਹਾ। ਅੱਛਾ ਸਿਵਿਆ ਜੀ, ਬਹੁਤ ਕੀਮਤੀ ਗੱਲਾਂ ਤੁਸੀਂ ਸਾਨੂੰ ਦੱਸ ਰਹੇ ਹੋ, ਤਾਂ ਉਹਦੇ ਵਿੱਚ ਇੱਕ ਗੱਲ ਹੋਰ ਹੋ ਜੇ ਵੀ ਇਹ ਐਡੀ ਵੱਡੀ ਮਾਨ ਸ਼ਖਸੀਅਤ ਜਿਹੜਾ ਕਿ ਆਪ 16 ਕਲਾ ਸੰਪੂਰਨ ਸੀਗਾ, ਉਹ ਵੀ ਕੁਝ ਲੋਕਾਂ ਨੂੰ ਪਸੰਦ ਕਰਦੇ ਹੋਣਗੇ ਜਾਂ ਜਿਨ੍ਹਾਂ ਨੂੰ ਪ੍ਰਭਾਵਿਤ ਸੀਗੇ, ਜਾਂ ਉਹਨਾਂ ਬਾਰੇ ਦੱਸੋ। ਹਾਂਜੀ, ਉਹ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਢਾਡੀ ਅਮਰ ਸਿੰਘ ਸ਼ੌਂਕੀ ਤੋਂ। ਸ਼ੌਂਕੀ ਤੋਂ? ਹਾਂਜੀ, ਅਮਰ ਸਿੰਘ ਸ਼ੌਂਕੀ ਜੀ। ਹਾਂਜੀ, ਭੱਜਣਾ ਵਾਲੇ ਗੜ੍ਹ ਸ਼ੰਕਰ ਕੋਲੇ ਜੀ। ਹਾਂਜੀ, ਰਾਣੀ ਸੁੰਦਰਾ ਬੇਨਤੀ ਕਰਦੀ ਜਿਹਨਾਂ ਨੇ ਸਾਹਿਬਾਂ ਬਾਜਾਂ ਮਾਰਦੀ ਜਿਹਨਾਂ ਨੇ ਗੀਤ ਸੀਗੇ ਜੀ ਜੀ। ਤੇ ਉਹਨਾਂ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਇਹਨਾਂ ਨੇ ਆਪਦਾ ਨਾਮ ਅਮਰ ਸਿੰਘ ਰੱਖਿਆ ਸੀ, ਕਿਉਂਕਿ ਇਹਨਾਂ ਦਾ ਘਰ ਦਾ ਨਾਮ ਤਾਂ ਧਨੀ ਰਾਮ ਸੀ। ਬਿਲਕੁਲ ਬਿਲਕੁਲ। ਉਹਨਾਂ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣਾ ਨਾਮ ਅਮਰ ਸਿੰਘ ਚਮਕੀਲਾ ਰੱਖਿਆ ਜੀ। ਤੇ ਮੁਹੰਮਦ ਸਦੀਕ ਸਾਹਿਬ ਨੂੰ ਵੀ ਬਹੁਤ ਸੁਣਦੇ ਸੀ, ਹਰਚੰਦ ਗਰੇਵਾਲ ਨੂੰ ਵੀ ਬਹੁਤ ਸੁਣਦੇ ਸੀ, ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਬਹੁਤ ਸੁਣਦੇ। ਲੇਕਿਨ ਇਹ ਜਿਹੜੇ ਸਭ ਤੋਂ ਜ਼ਿਆਦਾ ਮੁਰੀਦ ਸੀਗੇ ਉਹ ਸੀਗੇ ਭਾਈ ਸੁਰਜਣ ਸਿੰਘ ਰਾਗੀ। ਉਹਨਾਂ ਦੇ ਕਿਹੜਾ ਰਾਗੀ ਜੀ? ਭਾਈ ਸੁਰਜਣ ਸਿੰਘ ਰਾਗੀ, ਜਿਨ੍ਹਾਂ ਦੀ HMB ਦੇ ਵਿੱਚੋਂ ਆਸਾ ਦੀ ਬਾਰ ਵੀ ਆਈ ਹੋਈ ਆ।
ਤੇ ਉਹਨਾਂ ਦੀ ਆਸਾ ਦੀ ਵਾਰ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪ ਹੀ ਆਸਾ ਦੀ ਵਾਰ ਦੀ ਪ੍ਰੈਕਟਿਸ ਕਰਦੇ ਸੀ। ਇਹਨਾਂ ਨੇ 1-2 ਸਾਲਾਂ ਦੇ ਵਿੱਚ ਆਸਾ ਦੀ ਵਾਰ ਦੀ ਵੀ ਰਿਕਾਰਡਿੰਗ ਕਰਾਉਣੀ ਸੀ, ਪਰ ਇਹਨਾਂ ਦੇ ਕਰਮਾਂ ਦੇ ਵਿੱਚ ਉਹ ਲਿਖੀ ਨਹੀਂ ਸੀ, ਲਿਖੀ ਨਹੀਂ ਹੋਈ। ਸਵੇਰੇ ਰੋਜ਼ ਆਸਾ ਦੀ ਵਾਰ ਗਾਉਂਦੇ ਸੀ ਆਪ। ਤੇ ਜਦੋਂ ਆ ਖੇਤ ਉੱਥੇ ਨੂੰ ਜਾਂਦੇ ਸੀ, ਜਦੋਂ ਇਹਨਾਂ ਨੇ ਪ੍ਰੋਗਰਾਮ ਤੇ ਜਾਣਾ ਹੁੰਦਾ ਸੀ ਤਾਂ ਸੁੱਚੇ ਮੂੰਹ ਜਾਂਦੇ ਸੀ, ਕੋਈ ਅੰਡਾ ਤੱਕ ਨਹੀਂ ਖਾ ਕੇ ਜਾਂਦੇ ਸੀਗੇ, ਸ਼ਰਾਬ ਦੀ ਬੋਤਲ ਨਹੀਂ ਸੀ ਵਿੱਚ ਰੱਖਦੇ। ਇੱਥੋਂ ਤੱਕ ਕਿ ਭੈਣ ਜੀ ਅਮਰਜੋਤ ਜਦੋਂ ਗੱਡੀ 'ਚ ਬਹਿ ਜਾਂਦੇ ਸੀ ਪ੍ਰੋਗਰਾਮ ਦੇ ਚੜ੍ਹਨ ਤੱਕ, ਉਦੋਂ ਵੀ ਗੁਰੂ ਦੀ ਬਾਣੀ ਹੀ ਪੜ੍ਹਦੀ ਸੀ। ਜਦੋਂ ਇਹਦੇ ਗੋਲੀਆਂ ਵੱਜੀਆਂ ਉਦੋਂ ਵੀ ਗੁਰੂ ਦੀ ਬਾਣੀ ਪੜ੍ਹ ਰਹੀ ਸੀ। ਅੱਛਾ ਜੀ, ਇਹਦਾ ਮਤਲਬ ਜਦੋਂ ਇਹਨਾਂ ਦੇ ਗੋਲੀਆਂ ਵੱਜੀਆਂ ਤੇ ਗੱਡੀ ਦੇ ਵਿੱਚ ਸੀ ਹਾਂਜੀ ਹਾਂਜੀ, ਬੈਠਿਆਂ ਦੀ ਗੋਲੀਆਂ ਮਾਰਤੀਆਂ ਜੀ ਗੱਡੀ ਦੇ। ਹਾਂਜੀ ਹਾਂਜੀ, ਯਾਨੀ ਉਤਰੇ ਨਹੀਂ ਸੀਗੇ। ਇਹ ਗੱਲ ਵੀ ਕਲੀਅਰ ਹੋ ਜਾਣੀ ਚਾਹੀਦੀ ਹੈ ਸਰੋਤਿਆਂ ਨੂੰ ਵੀ ਕੁਝ ਲੋਕ ਕਹਿੰਦੇ ਸੀ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਨਾ ਗੱਡੀ ਦੇ ਵਿੱਚੋਂ ਚਮਕੀਲਾ ਸਾਹਿਬ ਬਾਹਰ ਨਿਕਲਿਆ ਸੀ। ਪਹਿਲਾਂ ਗੋਲੀ ਇਹਨਾਂ ਨੇ ਅਮਰਜੋਤ ਦੇ ਮਾਰੀ ਆ। ਜਦੋਂ ਅਮਰਜੋਤ ਦੇ ਚੀਕ ਮਾਰੀ ਤਾਂ ਅਮਰਜੋਤ ਨੂੰ ਥੱਲੇੋਂ ਚੱਕਣ ਲੱਗਿਆ। ਜਦੋਂ ਪਿੱਛੇ ਮੁੜ ਕੇ ਦੇਖਣ ਲੱਗਿਆ ਚਮਕੀਲਾ ਤਾਂ ਇਹਦੇ ਮੂੰਹ ਤੇ ਬਰਸਟ ਮਾਰਤਾ ਸੀ ਫਿਰ ਉਹਨਾਂ ਨੇ ਸਾਰੇ। ਦੇਖੋ ਜੀ ਕਿਸਾ ਮਦਭਾਗਾ ਉਹ ਦਿਨ ਸੀਗਾ। ਯਾਨੀ ਉਹ ਗੱਲਾਂ ਅਸੀਂ ਮਤਲਬ ਕਰਦੇ। ਮੈਂ ਤਾਂ ਕਹਿੰਦਾ ਜੀ ਜਿਹਨੇ ਗੋਲੀਆਂ ਮਾਰੀਆਂ ਨੇ ਆਉਣ ਵਾਲੀਆਂ 1700 ਪੀੜ੍ਹੀਆਂ ਉਹ ਬੰਦੇ ਦੀਆਂ ਨਰਕਾਂ 'ਚ ਜਾਣਗੀਆਂ, ਕਿਉਂਕਿ ਜਿੱਡੀ ਤਪੱਸਿਆ ਨਾਲ ਅਮਰ ਸਿੰਘ ਚਮਕੀਲਾ ਆਰਟਿਸਟ ਬਣਿਆ, ਹਰੇਕ 'ਚ ਕਲਾਕਾਰ ਨਹੀਂ ਬਣਦਾ। 10 ਸਾਲਾਂ ਦੀ ਉਹ ਅਣਥੱਕ ਮਿਹਨਤ ਦੇ ਨਾਲ ਅਮਰ ਸਿੰਘ ਚਮਕੀਲਾ ਇੱਥੇ ਤੱਕ ਆਇਆ ਸੀਗਾ। ਜਿਹਨੇ ਮਾਰਿਆ ਮੈਂ ਕਹਿੰਦਾ ਉਹਦਾ 1700 ਸਾਲ ਕੱਖ ਨਾ ਰਹੇ ਜਿਹਨੇ ਮਾਰਿਆ। ਵਾਹ ਜੀ ਵਾਹ। ਸਾਡੇ ਵਾਲੇ ਜਿਹੜੇ ਵੀ ਉਹਨੂੰ ਪਿਆਰ ਕਰਦੇ ਨੇ ਅਮਰ ਸਿੰਘ ਚਮਕੀਲਾ ਨੂੰ, ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹੀ ਭਾਵਨਾ ਤੁਹਾਡੀਆਂ ਨੇ, ਕਿਉਂਕਿ ਤੁਸੀਂ ਮਨੋਂ ਕਹਿ ਲਓ ਤੁਹਾਨੂੰ ਉਹਦਾ ਇੰਨਾ ਜੁੜ ਚੁੱਕੇ ਸੀਗੇ ਕਿ ਉਸ ਵਰਗਾ ਫਕਰ ਗਾਇਕ ਵੀ ਨਹੀਂ ਕਦੇ ਦੁਬਾਰਾ ਆਉਣਾ। ਵਾਕਈ ਉਹ ਫਕਰ ਸੀਗਾ। ਦਾਨੀ ਏਦਾਂ ਦਾ ਸੀ, ਦੇਖੋ ਜੀ ਤੁਸੀਂ, ਦਾਨੀ ਉਹਨੂੰ ਪਤਾ ਲੱਗ ਜਾਵੇ ਮੇਰੇ ਆਂਢ ਗੁਆਂਢ ਕਿਸੇ ਬੱਚੇ ਦੀ ਫੀਸ ਭਰਨੇ ਵਾਲੀ ਆ, ਢੰਗ ਨਾਲ ਉਹਦੇ ਘਰੇ ਪੈਸੇ ਪਹੁੰਚਦੇ ਕਰ ਦਿੰਦਾ ਸੀ। ਬੱਚਿਆਂ ਨੂੰ ਵਰਦੀਆਂ ਲੈ ਕੇ ਦੇ ਦਿੰਦਾ ਸੀ। ਪਿੰਡ 'ਚ ਕਿਸੇ ਕੁੜੀ ਦਾ ਵਿਆਹ ਹੋਣਾ ਤਾਂ ਇੱਕ ਪ੍ਰੈਸ, ਇੱਕ ਮਸ਼ੀਨ ਤੇ ਇੱਕ ਦੇਸੀ ਘਿਓ ਦਾ ਪੀਪਾ ਪਹੁੰਚਦਾ ਹੀ ਪਹੁੰਚਦਾ ਹੁੰਦਾ ਸੀ ਪਿੰਡ ਦੇ ਵਿੱਚ। ਦੁਗਰੀ ਹਾਂਜੀ ਹਾਂਜੀ ਹਾਂਜੀ। ਵਾਹ ਜੀ ਵਾਹ। ਇੱਕ ਤਰ੍ਹਾਂ ਦਾ ਦਾਨੀ ਸੱਜਣ ਵੀ ਕਹਿ ਲਓ। ਮੁੰਡਿਆਂ ਦੀ ਬੱਚਿਆਂ ਦੀਆਂ ਫੀਸਾਂ ਦਾ ਉਹ ਸ਼ਹਿਰ 'ਚ ਵੀ ਬਹੁਤ ਭਰਾਉਂਦਾ ਸੀਗਾ ਜੀ ਉਹ। ਅੱਛਾ ਜੀ ਅੱਛਾ ਜੀ। ਕੱਪੜੇ ਲੀੜੇ ਬਹੁਤ ਦਿੰਦਾ ਸੀ ਮੰਗਤਿਆਂ ਨੂੰ। ਇੰਨਾ ਦਾਨ ਕਰਦਾ ਸੀ ਮੈਂ ਕਹਿੰਦਾ ਕੋਈ ਦੱਸ ਨਹੀਂ ਸਕਦਾ। ਮਹਾਰਾਜਾ ਰਣਜੀਤ ਸਿੰਘ ਨੂੰ ਦਾਨ ਕਰਦਾ ਸੀਗਾ ਜੀ। ਵਾਹ ਜੀ ਵਾਹ। ਦੇਖੋ ਕਿਉਂਕਿ ਉਹਨੇ ਉਹ ਦਿਨ ਕੱਟੇ ਹੋਏ ਸੀ। ਹਾਂ ਯਾਰ, ਗਰੀਬੀ ਦੇਖੀ ਹੋਈ ਸੀ। ਗਰੀਬੀ ਦੇਖੀ ਹੋਈ ਸੀ। ਉਹ ਨਹੀਂ ਚਾਹੁੰਦਾ ਸੀ ਵੀ ਗਰੀਬੀ ਕਰਕੇ ਕੋਈ ਬੱਚਾ ਪੜ੍ਹਾਈ ਤੋਂ ਵਾਂਝਾ ਰਹਿ ਜਾਵੇ। ਇਹਦਾ ਮਤਲਬ ਇਹੀ ਹੋਇਆ ਜੀ। ਅੱਛਾ ਜੀ, ਹੁਣ ਜਾਂਦੇ ਜਾਂਦੇ ਇਹ ਮਤਲਬ ਇਹ ਗੱਲਾਂ ਹੋਰ ਦੱਸੋ ਵੀ ਧਾਰਮਿਕ ਖਿਆਲਾਂ ਦਾ ਕਿਸ ਤਰ੍ਹਾਂ ਦਾ ਧਾਰਨੀ ਸੀ। ਤੁਸੀਂ ਸਾਨੂੰ ਦੱਸਤਾ ਵੀ ਆਸਾ ਦੀ ਵਾਰ ਜਾਂ ਹੋਰ ਹਨਾ ਵੀ ਉਹ ਮਤਲਬ ਗਾਉਂਦਾ ਹੁੰਦਾ ਸੀਗਾ ਰੋਜ਼। ਕਈ ਵਾਰ ਜੀ ਇਹਨੂੰ ਕੁੜੀਆਂ ਵੀ ਮਿਲਣ ਆਉਂਦੀਆਂ ਹੁੰਦੀਆਂ ਸੀਗੀਆਂ ਬਹੁਤ, ਆ ਕੇ ਜਿਹੜੀ ਕੁੜੀਆਂ ਨੇ ਗਲਤ ਭਾਵਨਾ ਦੇ ਨਾਲ ਇਹਨੂੰ ਮਿਲ ਜਾਣਾ, ਇਹਨੇ ਭੈਣ ਜੀ ਕਹਿ ਕੇ ਉਹਨਾਂ ਨੂੰ ਦੂਰੋਂ ਹੀ ਹੱਥ ਜੋੜਦੇ ਨੇ ਜੀ। ਮਤਲਬ ਇੱਕ ਵਾਰ ਇੱਕ ਪ੍ਰੈਸ ਰਿਪੋਰਟਰ ਆਈ ਸੀ, ਉਹਨੇ ਜੀਨ ਵਗੈਰਾ ਪਾਈ ਹੋਈ ਤੇ ਉਹ ਇਹਦੀ ਕੋਈ ਇੰਟਰਵਿਊ ਲੈਣ ਆਈ। ਉਦੋਂ ਉੱਥੇ ਕੇਰ ਸਿੰਘ ਸਪੇਰੇ ਦਾ ਹੋਟਲ ਸੀ, ਉਹਨੂੰ ਕੇਪਰੀਤ ਹੋਟਲ ਕਹਿੰਦੇ ਸੀ। ਉਹ ਕਹਿੰਦੀ ਜੀ ਮੈਂ ਤੁਹਾਡੇ ਨਾਲ ਇੰਟਰਵਿਊ ਕਰਨ ਜਾਣੀ ਆ। ਉਹ ਮੈਨੂੰ ਕਹਿੰਦਾ ਵੀ ਚੱਲ ਮੇਰੇ ਨਾਲ ਸਵਾਰ ਤੂੰ ਨਾਲ ਚੱਲੂਗੀ ਤੁਸੀਂ ਵੀ, ਮੈਨੂੰ ਕੁੜੀ ਥੋੜੀ ਜਿਹੀ ਤੇਜ਼ ਤਰ੍ਹਾਂ ਜੀ ਲੱਗਦੀ ਆ। ਅਸੀਂ ਗਏ। ਉਹ ਕਹਿੰਦੀ ਇਹਨਾਂ ਨੂੰ ਬਾਹਰ ਕੱਢ ਦੋ। ਕਹਿੰਦੀ ਮੈਂ ਨਹੀਂ ਬਾਹਰ ਕਿਉਂ ਕੱਢ, ਤੁਸੀਂ ਜਿਹੜੀ ਇੰਟਰਵਿਊ ਲੈਣੀ ਆ ਲਓ ਦੱਸੋ। ਨਹੀਂ ਜੀ ਤੁਸੀਂ ਨਾਲ ਬਾਹਰ ਕੱਢ ਦੋ। ਕਹਿੰਦਾ ਕੋਈ ਨਾ ਭੈਣ ਜੀ ਬੈਠੋ, ਤੁਸੀਂ ਕੰਧਾਂ ਦੀ ਇੰਟਰਵਿਊ ਲਓ, ਅਸੀਂ ਤਾਂ ਆਪਣੇ ਸ਼ਿਸ਼ਟਾਚਾਰ ਤੇ ਰਹਿ ਕੇ ਇੰਟਰਵਿਊ। ਇੱਥੋਂ ਤੱਕ ਸਮਝ ਲੈਂਦਾ ਸੀ ਉਹ ਬੰਦੇ ਦੀ ਭਾਵਨਾ। ਵਾਹ ਜੀ ਵਾਹ। ਦੇਖ ਲਓ ਇਹ ਵੀ ਇਹ ਹੁੰਦਾ ਕਲਾਕਾਰੀ ਵੀ ਇੱਕ ਬੰਦਾ ਆਪਦੇ ਨਿੱਜੀ ਜੀਵਨ ਦੇ ਵਿੱਚ ਵੀ ਆਪਦੇ ਕਰੈਕਟਰ ਨੂੰ ਕਹਿ ਕੇ ਲੈ ਲਓ ਵੀ ਜਿਹੜੇ ਧੀ ਭੈਣ ਦਾ ਤਾਂ ਬਹੁਤ ਸਾਂਝਾ ਸੀ ਜੀ ਉਹ। ਹਾਂਜੀ ਹਾਂਜੀ। ਫਿਰ ਲੋਕ ਕਿਹੜੇ ਮੂੰਹ ਨਾਲ ਜਿਹੜੇ ਲੋਕ ਉਹਦਾ ਲੈਕਚਰਾਂ ਦਾ ਧੱਬਾ ਲਾਉਂਦੇ ਨੇ ਜੀ ਉਹ ਇਸ ਤਰ੍ਹਾਂ ਦਾ ਸੀ। ਜਿਹੜਾ ਬੰਦਾ ਇਸ ਤਰ੍ਹਾਂ ਦਾ ਖਿਆਲ ਉਹਦੇ ਖਿਆਲ ਵੀ ਉਸ ਤਰ੍ਹਾਂ ਦੇ ਹੁੰਦੇ ਆ ਜੀ। ਤੇ ਇਹ ਗੱਲ ਤੋਂ ਆਪਾਂ ਨੂੰ ਪਤਾ ਲੱਗ ਹੀ ਗਈ ਆ ਵੀ ਉਹ ਇੱਕ ਜਿੱਦਾਂ ਧਾਰਨੀ ਸੀਗਾ। ਸੋ ਇਹ ਉਹਨਾਂ ਨੂੰ ਲੋਕਾਂ ਨੂੰ ਮੇਰਾ ਇੱਕ ਤਰ੍ਹਾਂ ਦਾ ਸੁਨੇਹਾ ਵੀ ਉਹਨਾਂ ਦੇ ਮੂੰਹ ਤੇ ਥੱਪੜ ਵੀ ਆ। ਜਿਹੜੇ ਲੋਕ ਉਹਦੇ ਅੱਜ ਵੀ ਧੱਬਾ ਇਹ ਲਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਉਹ ਜੀ ਇਸ ਤਰ੍ਹਾਂ ਦਾ ਸੀਗਾ ਜੀ, ਇਸ ਤਰ੍ਹਾਂ ਦਾ ਸੀਗਾ। ਇਸ ਤਰ੍ਹਾਂ ਦੇ ਕਲਾਕਾਰ ਰੋਜ਼ ਰੋਜ਼ ਵੀਰੋ ਨਹੀਂ ਜੰਮਦੇ। ਹਾਂਜੀ, ਤੁਸੀਂ ਦੇਖੋ ਚਮਕੀਲੇ ਦੀ ਕਲਾ ਦਾ ਮੁੱਲ ਵੀ ਮੈਂ ਜਿਹੜਾ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਉਹ ਮੈਂ ਤਾਂ ਕੁਲਦੀਪ ਮਾਨਕ ਦਾ ਜਿਹੜਾ ਸੀ ਆਪਣੇ ਰਾਂਝਾ ਜੋਗੀ ਹੋ ਗਿਆ, ਕੰਨੀ ਮੁੰਦਰਾਂ ਪਾਈਆਂ, ਉਹ ਤਰਜ਼ ਤੇ ਲਿਖਿਆ ਸੀ। ਪਰ ਜਦੋਂ ਇਹਨੇ ਕੰਪੋਜੀਸ਼ਨ ਬਣਾਈ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਵੀ ਤੇਰੇ ਅੰਦਰ ਤਾਂ ਰੱਬ ਨੇ ਕੋਈ ਐਸੀ ਮਸ਼ੀਨ ਫਿੱਟ ਕੀਤੀ ਆ ਜਿਹਦੋਂ ਪਤਾ ਨਹੀਂ ਕਿੰਨੀਆਂ ਮੈਂ ਕਿਹਾ ਦੇਵਸ ਨਿਕਲਦੀਆਂ ਨੇ। ਯਾਨੀ ਤੁਹਾਡੇ ਜਿਹੜੀ ਸੀਗਾ ਉਹ ਤੋਂ ਹਟ ਕੇ ਉਹ ਫਿਰ ਤੁਹਾਨੂੰ ਵੀ ਚੰਗੇ ਲੱਗੇ? ਬਹੁਤ ਚੰਗੀ ਲੱਗੀ ਜੀ। ਮੈਂ ਕਿੱਦਾਂ ਮੈਂ ਕਿਸ ਕੰਪੋਜੀਸ਼ਨ ਤੇ ਲਿਖਿਆ ਸੀ, ਇਹਨੇ ਕਿਸ ਕੰਪੋਜੀਸ਼ਨ ਤੇ ਬਣਾਤਾ, ਤੈਅ ਲਾ ਕੇ ਰੱਖਦੀ ਬੰਦੇ ਨੇ। ਬਿਲਕੁਲ ਬਿਲਕੁਲ ਜੀ। ਅੱਛਾ ਜੀ, ਇਹ ਜਿਹੜੀ ਕੰਪੋਜੀਸ਼ਨ ਬਣਾਈ ਇਹ ਕਿੱਥੇ ਬਣੀ? ਇਹ ਕੰਪੋਜੀਸ਼ਨ ਚਮਕੀਲੇ ਨੇ ਜੀ ਆਪਣੇ ਉਹਦੀ ਮੋਟਰ ਤੇ ਬਣਾਈ ਸੀ। ਸੱਤੇ ਵਾਲ ਉਹਦੀ ਜ਼ਮੀਨ ਸੀ, ਉਸ ਮੋਟਰ ਤੇ ਬਹਿ ਕੇ ਬਣਾਈ ਸੀ। ਵਾਹ ਜੀ ਵਾਹ। ਯਾਨੀ ਬੰਦੇ ਦਾ ਦੇਖੋ ਜੀ ਦਿਮਾਗ ਦੇਖੋ, ਯਾਨੀ ਮੋਟਰ ਤੇ ਬੈਠ ਕੇ ਵੀ ਇਹ ਗੀਤ ਨੇ ਜਨਮ ਲੈ ਕੇ ਕੰਪੋਜੀਸ਼ਨ ਦਾ ਜਨਮ ਲੈਣਾ ਸੀਗਾ। ਜਿਹੜੇ ਕਿ ਰਹਿੰਦੀ ਦੁਨੀਆ ਤੱਕ ਤੁਹਾਡਾ ਅਮਰ ਸਿੰਘ ਚਮਕੀਲੇ ਦਾ ਜਾਂ ਰਹਿੰਦੀ ਦੁਨੀਆ ਤੱਕ ਜਿਹਨੇ ਨਾਮ ਰੱਖਣਾ ਹੈ ਉਹ ਗੀਤ ਦੇ ਜਿਵੇਂ ਕਹਿੰਦੇ ਤੁਸੀਂ ਮੋਟਰ ਜਿੱਥੇ ਉਹਦੀ ਜ਼ਮੀਨ ਸੀਗੀ
ਉੱਥੇ ਬਹਿ ਕੇ ਕੰਮ ਕਰਨਾ। ਜਦੋਂ ਸ਼ਬਦ ਦੇਖੋ ਤੁਸੀਂ ਬੰਦਾ ਐ ਨਹੀਂ ਹੈਗਾ ਵੀ ਕਹਿਣੀ ਕੁਝ ਹੋਰ ਜਾਂ ਕਰਨੀ ਕੁਝ ਹੋਰ। ਹਾਂਜੀ, ਹਾਂਜੀ। ਇਹਦਾ ਮਤਲਬ ਇਹਦਾ ਮਨ ਦੇ ਵਿੱਚ ਵੀ ਸ਼ਰਧਾ ਸੀ ਹਾਂਜੀ, ਹਾਂਜੀ। ਵੀ ਜੇ ਮੈਂ ਧਾਰਮਿਕ ਮੈਟਰ ਗਾਉਣਾ ਜਾਂ ਜੋ ਵੀ ਗਾਉਣਾ ਤਾਂ ਸੁੱਚੇ ਤਾਂ ਸੱਚੇ ਮਨ ਨਾਲ। ਹਾਂਜੀ, ਹਾਂਜੀ। ਵਾਹ ਜੀ ਵਾਹ, ਇਹ ਗੱਲਾਂ ਇੱਕ ਤੁਸੀਂ ਦੱਸ ਸਕਦੇ ਹੋ ਜੀ ਸਾਡੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਨੇ, ਕਿਉਂਕਿ ਇਹ ਗੱਲਾਂ ਹੋਰ ਨਹੀਂ ਕੋਈ ਦੱਸ ਸਕਦਾ। ਅੱਛਾ ਜੀ, ਹੁਣ ਆਪਾਂ ਅਗਲੀ ਗੱਲਬਾਤ ਆਉਂਦੇ ਆ। ਤੇ ਇੱਕ ਉਸ ਵੇਲੇ ਫਿਲਮ ਬਣੀ ਸੀ ਪਟੋਲਾ। ਹਾਂਜੀ ਹਾਂਜੀ ਹਾਂਜੀ। ਪਟੋਲਾ ਫਿਲਮ ਦੇ ਨਾਲ ਕੋਈ ਤੁਹਾਡੀ ਯਾਦ ਜਾਂ ਜੁੜੀ ਹੋਵੇ ਜਿਹੜੇ ਕਿ ਮੇਰੇ ਵੀਰਾਂ ਨੂੰ ਦੱਸਣੀ ਹੋਵੇ? ਪਟੋਲਾ ਫਿਲਮ ਸੀ ਜਿਹੜੀ, ਪਟੋਲਾ ਫਿਲਮ ਦੇ ਆਪਦੇ ਵਿੱਚ ਕੋਈ ਜ਼ਿਆਦਾ ਐਡੀ ਜ਼ਿਆਦਾ ਸਟੋਰੀ ਨਹੀਂ ਸੀ ਜਿਹੜੀ ਲੋਕਾਂ ਨੂੰ ਖਿੱਚ ਕੇ ਲੈ ਕੇ ਗਈ ਆ। ਜੇ ਪਟੋਲਾ ਫਿਲਮ ਨੇ ਕਮਾਈ ਕੀਤੀ ਆ ਤਾਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੇ ਨਾਲ ਕੀਤੀ ਆ। ਜਦੋਂ ਇਹ ਗੀਤ ਰਿਕਾਰਡਿੰਗ ਕਰਨ ਵਾਸਤੇ, ਸ਼ੂਟਿੰਗ ਕਰਨ ਵਾਸਤੇ ਉਸਦੇ ਡਾਇਰੈਕਟਰ ਤੇ ਪ੍ਰੋਡਿਊਸਰ ਆਏ ਸੀ ਚਮਕੀਲੇ ਦੇ ਕੋਲੇ, ਤਾਂ ਚਮਕੀਲੇ ਨੂੰ ਉਹਨਾਂ ਨੇ ਪੁੱਛਿਆ ਵੀ ਅਸੀਂ ਤੁਹਾਡਾ ਗੀਤ ਫਿਲਮ ਦੇ ਵਿੱਚ ਲੈਣਾ ਚਾਹੁੰਦੇ ਹਾਂ। ਚਮਕੀਲਾ ਕਹਿੰਦਾ ਵੀ ਗੱਲ ਹੈਗੀ ਇਹ ਆ ਪਈ ਆ ਡਾਇਰੀ, ਤੁਸੀਂ ਮੇਰੀ ਡਾਇਰੀ ਤੇ ਦੱਸ ਦਿਓ ਵੀ ਕਿਹੜੇ ਦਿਨ ਦੀ ਤੁਸੀਂ ਸ਼ੂਟਿੰਗ ਰੱਖਣੀ ਹੈ। ਉਹ ਡਾਇਰੀ ਖੋਲ੍ਹਣ ਤਾਂ ਕਿਸੇ ਦਿਨ 2 ਗੀਤ ਬੁੱਕ, ਕਿਸੇ ਦਿਨ 3 ਗੀਤ, ਤਿੰਨ ਖਾੜੇ ਬੁੱਕ, ਕਿਸੇ ਦਿਨ 2 ਖਾੜੇ ਬੁੱਕ, ਕਿਸੇ ਦਿਨ 3 ਖਾੜੇ ਬੁੱਕ। ਉਹਨਾਂ ਨੇ ਜਿਸ ਦਿਨ ਗਾ ਕੱਢਿਆ ਤਾਂ ਉਸ ਦਿਨ 3 ਖਾੜੇ ਬੁੱਕ ਸੀ। ਉਹ ਕਹਿੰਦੇ ਵੀ ਚੱਲਿਓ ਤੁਸੀਂ ਮੇਰੇ ਨਾਲ, ਮੈਂ ਤੁਹਾਡੇ ਨਾਲ ਚੱਲੂਗਾ। ਇਹਨਾਂ ਘਰੇ ਜਾ ਕੇ ਪਹਿਲਾਂ ਤਾਂ ਇਹਨਾਂ ਤੋਂ ਮਾਫੀ ਮੰਗਣੀ ਪੈਣੀ ਹੈ ਵੀ ਮੈਂ ਨਹੀਂ ਗਾ ਸਕਦਾ। ਜਿਨ੍ਹਾਂ ਜਾਣੇ ਉਹ ਖਾੜੇ ਉਸ ਦਿਨ 3 ਬੁੱਕ ਸੀਗੇ। ਹਾਂਜੀ ਹਾਂਜੀ। ਤੇ ਅਸੀਂ ਗਏ, ਮੈਂ ਵੀ ਨਾਲ ਗਿਆ, ਤੇ ਨਾਲੇ ਉਹ ਚਮਕੀਲਾ 2-2000 ਰੁਪਈਆ ਉਹਨਾਂ ਦਾ ਜਿਹੜਾ ਸੀ ਐਡਵਾਂਸ ਨਾਲੇ ਉਹ ਮੋੜੀ ਗਿਆ ਵੀ ਆਹ ਮੇਰੀ ਪ੍ਰੋਬਲਮ ਆ ਕਿ ਮੈਨੂੰ ਸ਼ੂਟਿੰਗ ਦਾ ਮੌਕਾ ਮਿਲ ਰਿਹਾ ਵੀ ਹਾਂ ਮੈਂ ਅਗਲੀ ਵਾਰ ਤੁਹਾਡੇ ਘਰੇ ਪਰਮਾਤਮਾ ਨੇ ਲੋਹੜੀ ਲਿਆਂਦੀ ਮੈਂ ਫ੍ਰੀ ਖਾੜਾ ਲਾ ਕੇ ਜਾਊਂਗਾ ਤੇ ਇਸ ਦੇ ਵਿੱਚ ਮੈਂ ਤੁਹਾਨੂੰ ਕਲਾਕਾਰ ਵੀ ਫ੍ਰੀ ਭੇਜੂੰਗਾ ਵੀ ਤੁਸੀਂ। ਯਾਨੀ ਦੇਖੋ ਜੀ ਬੰਦੇ ਨੇ ਇੱਕ ਗੱਲਾਂ ਦਾ ਉਹਦੇ ਵਿੱਚ ਕਲਾਕਾਰ ਕਹਿ ਲਓ ਜਾਂ ਜਿਵੇਂ ਕਹਿ ਲਓ ਵੀ ਉਹਨੇ ਨਾਲੇ ਤਾਂ ਕਲਾਕਾਰ ਫ੍ਰੀ ਬੰਦਿਆਂ ਨੂੰ ਇਹ ਗੱਲ ਕਹੀ ਵੀ ਨਾਲੇ ਤਾਂ ਮੈਂ ਕਲਾਕਾਰ ਉਸ ਦਿਨ ਫ੍ਰੀ ਭੇਜੂੰਗਾ, ਨਾਲੇ ਵੀ ਰੱਬ ਨੇ ਜਦੋਂ ਦਿਲ ਲਿਆਂਦਾ ਲੋਹੜੀ ਤਾਂ ਮੈਂ ਤੁਹਾਡਾ ਫ੍ਰੀ ਖਾੜਾ ਲਾ ਕੇ ਜਾਊਂਗਾ। ਪਰ ਤੁਸੀਂ ਦੇਖੋ ਫੱਕਰ ਬੰਦੇ ਦੇ ਮੂੰਹ ਚੋਂ ਕੱਢੀਆਂ ਹੋਈਆਂ 3 ਘਰਾਂ ਦੇ ਵਿੱਚ ਲੜਕਿਆਂ ਨੇ ਜਨਮ ਲਿਆ, ਲੋਹੜੀਆਂ ਆਈਆਂ, ਪਰ ਚਮਕੀਲਾ ਉਹਨਾਂ ਨੂੰ ਸਾਂਝੀਆਂ ਕਰਨ ਵਾਸਤੇ ਸੀਗੀਆਂ। ਦੇਖੋ ਵੀਰੋ, ਇਹ ਗੱਲ ਬਹੁਤ ਇੱਕ ਕੀਮਤੀ ਸ਼ਬਦ ਨੇ ਜਿਹੜੇ ਕਿ ਇਹਨਾਂ ਦਾ ਮੂੰਹੋਂ ਨਿਕਲੇ ਨੇ। ਵਾਕਈ ਫੱਕਰ ਸੀਗਾ, ਕਿਉਂਕਿ ਫੱਕਰ ਦੇ ਮੂੰਹੋਂ ਨਿਕਲੀਆਂ ਹੋਈਆਂ ਗੱਲਾਂ ਪੂਰੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਮੇਰੇ ਸਾਡੇ ਬਾਜੀ ਕਹਿ ਲਓ ਉਹਨਾਂ ਨੇ ਕਿਹਾ ਵੀ ਹਾਂ ਵੀ ਲੋਹੜੀ ਵਾਲੇ ਦਿਨ ਮੈਂ ਤੁਹਾਡੇ ਆਊਂਗਾ, 3 ਘਰੇ ਮੁੰਡੇ ਹੋਏ ਪਰ 3 ਘਰੇ ਦੇਖ ਲਓ ਮਤਲਬ ਉਹ ਪਰ ਕਿਸਮਤ ਕਹਿ ਲਓ ਵੀ ਉਹ ਦਿਨ ਦੇਖਣ ਲਈ ਉਹ ਦੁਬਾਰਾ ਨਾ ਆ ਸਕਿਆ। ਅੱਛਾ ਜੀ, ਹੋਰ ਸੀਗਾ ਜੀ ਕੋਈ? ਅੱਛਾ ਜੀ, ਇੱਕ ਪਟੋਲਾ ਫਿਲਮ ਬਾਰੇ ਇੱਕ ਹੋਰ ਗੱਲ ਸੀ। ਜਿਸ ਦਿਨ ਪਟੋਲਾ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ 15 ਦਿਨ ਪਹਿਲਾਂ ਚਮਕੀਲੇ ਨੇ ਕਿਹਾ ਵੀ ਗੱਲ ਸੁਣੋ ਵੀ ਆਲਮਗੀਰ ਸਾਹਿਬ ਗੁਰਦੁਆਰੇ ਸਾਹਿਬ ਤੋਂ ਪੈਸੇ ਲਿਆਓ ਵੀ ਆਪਾਂ ਜਦੋਂ ਮੇਰੇ ਵਾਲਾ ਗੀਤ ਆਊਗਾ ਆਪਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਪੈਸੇ ਦਿੱਤਾ ਜਾਣੀ ਉਹ ਵੀ ਸਕਰੀਨ ਤੇ। ਹਾਂ, ਸਕਰੀਨ ਦੇ ਉੱਤੇ ਆਪਾਂ ਗੈਲਰੀ 'ਚ ਬਹਿ ਕੇ ਨਾ ਸਕਰੀਨ 'ਤੇ ਪੈਸੇ ਦਿੱਤਾ। ਮੈਂ ਕੋਈ 50 ਕਿਲੋ ਪੈਸੇ ਭਾਣ ਲੈ ਕੇ ਆਇਆ ਗਾ ਤੋਂ ਆਪਣੀ ਆਲਮਗੀਰ ਸਾਹਿਬ ਤੋਂ। ਇਹਨੇ 10,000 ਰੁਪਈਏ ਸਾਨੂੰ ਦਿੱਤਾ ਸੀ ਅਤੇ ਲੈ ਕੇ ਆਏ ਅਸੀਂ ਅਤੇ ਭਾਣ ਲਿਆ ਕੇ ਬਸ ਉਹ ਗੱਡੀ ਘਰੇ ਹੀ ਪਈ ਰਹਿ ਗਈ। ਜਰਾ ਹੁਣ ਚੜਾਈ ਕਰਦੇ ਹਾਂ ਪਟੋਲਾ ਫਿਲਮ ਜਾਂਦਾ ਗੀਤ ਨੂੰ। ਬਿਲਕੁਲ ਬਿਲਕੁਲ। ਸਬੱਬ ਸੀਗਾ ਜੀ ਮਈ ਫਿਲਮ ਦੇ ਵਿੱਚ, ਮਈ 1986 ਨੂੰ ਉਹ ਮਈ 1987 ਨੂੰ ਆਏ ਸੀ। 88 ਤਾਂ ਉਹਨਾਂ ਦੀ ਡੈਥ ਹੋ ਗਈ ਆ। ਮਈ 1987 ਨੂੰ ਸਾਡੇ ਘਰੇ ਆਏ। ਉਹਨਾਂ ਨੇ ਕੂਮ ਕਲਾਂ ਪਿੰਡ ਦੇ ਵਿੱਚ ਅਖਾੜਾ ਲਾਉਣਾ ਸੀ। ਕੂਮ ਕਲਾਂ? ਹਾਂਜੀ ਹਾਂਜੀ ਹਾਂਜੀ। ਮੇਰੇ ਘਰੇ ਉਹ ਫਿਰ ਆਏ, ਕਹਿੰਦੇ ਸੀ ਦੁਪਹਿਰ ਦਾ ਪ੍ਰਸ਼ਾਦਾ ਅਸੀਂ ਤੇਰੇ ਕੋਲ ਛਕਾਂਗੇ। ਮੈਂ ਘਰੇ ਬਿਲਕੁਲ ਨਹੀਂ ਦੱਸਿਆ, ਮੈਂ ਕਿਹਾ ਵੀ ਪ੍ਰਸ਼ਾਦੇ ਦੀ ਇੱਦਾਂ ਤਿਆਰੀ ਕਰਨੀ ਆ। ਆਂਢ ਗੁਆਂਢੋਂ ਕੁੜੀਆਂ ਲੈ ਕੇ ਆਉਂਦੀਆਂ ਅਤੇ ਆ ਕੇ ਫਿਰ ਮੇਰੇ ਮਾਤਾ ਜੀ ਨੂੰ ਮਿਲੇ। ਸਾਡੇ ਮਾਤਾ ਜੀ ਮਿਲ ਕੇ ਉਹਨਾਂ ਨੂੰ ਬੜੇ ਖੁਸ਼ ਹੋਏ ਵੀ ਹੈਂ ਐਡੀ ਪਰਸਨੈਲਿਟੀ ਦਾ ਮਾਲਕ ਹੈ, ਐਡੇ ਦਿਲ 'ਚ ਵੜਨ ਵਾਲਾ ਬੰਦਾ। ਉੱਥੇ ਪ੍ਰਸ਼ਾਦਾ ਛਕ ਕੇ ਫਿਰ ਅਸੀਂ ਨਾਲ ਹੀ ਗਏ ਇਹਨਾਂ ਦੇ ਉੱਥੇ ਕੂਮ ਕਲਾਂ। ਹਾਂਜੀ, ਖਾੜਾ ਲਾਇਆ, ਸੁਣਿਆ। ਅਤੇ ਇਹਦੇ ਮਤਲਬ ਸਦੂਆ ਸੁਣਨ ਤੋਂ ਬਾਅਦ ਅਸੀਂ ਦਾ ਜਿਹੜਾ ਰੋਣਾ ਸੀ 6 ਮਹੀਨੇ ਸਾਡੀ ਮਾਤਾ ਰੋਂਦੀ ਰਹੀ ਅਤੇ 6 ਮਹੀਨੇ ਬਾਅਦ ਸਾਡੀ ਮਾਤਾ ਵੀ ਫਿਰ ਚੜ੍ਹਾਈ ਕਰ ਗਈ ਸੀ। ਇੰਨਾ ਮੋਹ ਉਪਯੋਗ ਲੱਗ ਗਈ ਸੀ। ਯਾਨੀ ਤੁਹਾਡੇ ਪਰਿਵਾਰ ਦੇ ਵਿੱਚ ਉਹ ਇੰਨਾ ਮੋਹ ਪਾ ਗਿਆ ਬੰਦਾ ਵੀ ਜਿਹਨੂੰ ਮਾਤਾ ਜਿਵੇਂ ਕਹਿੰਦੇ ਵੀ ਕਿਉਂਕਿ ਮਾਵਾਂ ਉਹਨੂੰ ਪੁੱਤ ਹੀ ਲੱਗਦੇ ਹੁੰਦੇ ਨੇ। ਅੱਛਾ, ਜਦੋਂ ਤੁਹਾਡੇ ਘਰੇ ਆਏ ਕਿ ਜਿੱਥੇ ਆਪਾਂ ਬੈਠੇ ਆ ਇੱਥੇ ਆਏ ਜਾਂ ਨਹੀਂ? ਉਹ ਮੇਰੇ ਪਿੰਡ ਉਪਲਾ ਆਏ ਸੀਗੇ ਜੀ। ਉਪਲਾ? ਹਾਂਜੀ, ਉਪਲਾ ਪਿੰਡ ਦੇ ਵਿੱਚ। ਉਪਲਾ ਪਿੰਡ ਦੇ ਵਿੱਚ ਜਾਣੀ ਉੱਥੇ ਆਏ ਸੀਗੇ ਉਹ ਘਰੇ ਜਾਣੀ ਤੁਹਾਡੀ ਉਹਨਾਂ ਨੇ ਘਰੇ? ਇੱਕ ਤਾਂ ਦੁਨੀਆ ਕਹਿੰਦੀ ਹੈ ਨਾ ਜੀ 36 ਪ੍ਰਕਾਰ ਦਾ ਭੋਜਨ, ਮੈਂ ਵਾਕਈ 36 ਪ੍ਰਕਾਰ ਦਾ ਭੋਜਨ ਬਣਾਇਆ ਸੀ ਉੱਥੇ। ਜਾਣੀ ਗਿਣਤੀ 'ਚ ਵੀ 36 ਪ੍ਰਕਾਰ ਦਾ ਹੀ ਬਣਾਇਆ ਸੀ ਵੀ ਮੇਰੇ ਘਰੇ ਇਸ ਐਡੇ ਬੜੇ ਬੰਦੇ ਨੇ ਆਉਣਾ। ਜਿਸ ਤਰ੍ਹਾਂ ਦੀ ਅਸੀਂ ਉੱਥੇ ਭੋਜਨ ਤਿਆਰ ਕੀਤਾ ਅੱਜ ਤੱਕ ਮੈਂ ਕਿਸੇ ਲਈ ਭੋਜਨ ਤਿਆਰ ਨਹੀਂ ਕੀਤਾ ਉਹ ਗੱਲ। ਵਾਹ ਜੀ ਵਾਹ। ਇਹ ਮਤਲਬ ਕੁਝ ਗੱਲਾਂ ਹੀ ਨੇ
ਜਿਵੇਂ ਤੁਸੀਂ ਕਹਿੰਦੇ ਵੀ ਭਾਜੀ ਅਮਰ ਸਿੰਘ ਚਮਕੀਲਾ ਜੀ ਕਹਿੰਦੇ ਹੁੰਦੇ ਸੀਗੇ ਵੀ ਸੀਬੀਆ ਵੀ ਜਿਹੋ ਜੀ ਉਹਨਾਂ ਨੇ ਚਾਹ ਪੀਈ ਵੀ ਨਾ ਤਾਂ ਉਹ ਕਦੇ ਪੀਤੀ ਹੈ ਵੀ ਇੱਕ ਵਾਰੀ ਫੇਰ ਬਾਬਾ ਜੀ ਉੱਥੋਂ ਚਾਹ ਪੀਏ। ਬਾਕੀ ਮੈਂ ਤੁਹਾਡੇ ਬੰਨਿਓ ਆਪਦੇ ਬੰਨਿਓ ਸਵਰਨ ਸਿੰਘਿਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹਨਾਂ ਨੇ ਸਾਨੂੰ ਅੱਜ ਉਹ ਗੱਲਾਂ ਦੱਸੀਆਂ ਜਿਹੜੀਆਂ ਕਿ ਸਾਨੂੰ ਅੱਜ ਤੱਕ ਕਿਸੇ ਤੋਂ ਨਹੀਂ ਪਤਾ ਲੱਗੀਆਂ ਸੀਗੀਆਂ। ਇਸ ਵੀਡੀਓ ਨੂੰ ਵੀਰੋ ਇੱਥੇ ਖਤਮ ਨਾ ਸਮਝ ਲੈਣਾ, ਤੁਹਾਡੇ ਹੰਗਾਰੇ ਦੀ ਮੈਂ ਉਡੀਕ ਕਰਾਂਗਾ ਕਿਉਂਕਿ ਮੇਰੇ ਨਾਲ ਹਰਦੇਵ ਜੀਰਾ ਜੀ ਵੀ ਬੈਠੇ ਨੇ ਜਿਹੜੇ ਸ਼ੂਟ ਕਰ ਰਹੇ ਨੇ, ਔਰ ਤੁਹਾਡੇ ਹੰਗਾਰੇ ਦੇ ਉਡੀਕ ਦੇ ਵਿੱਚ ਮੈਂ ਵੀਡੀਓ ਨੂੰ ਇੱਥੇ ਖਤਮ ਨਹੀਂ ਕਰ ਰਿਹਾ। ਇੱਕ ਬੇਨਤੀ ਹਾਂਜੀ ਜੀ ਹਾਂਜੀ, ਇੱਕ ਨਾ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਦੀ ਜ਼ਿੰਦਗੀ ਦੇ ਉੱਤੇ ਗੁਣਜੀਤ ਚੋਪੜੇ ਨੇ ਬੰਬਈ ਤੋਂ ਇੱਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਆ ਜੋ ਬਹੁਤ ਜਲਦੀ ਦਿਨਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਆ। ਭਰਾਵੋ ਤੁਸੀਂ ਉਹਨੂੰ ਸੁਣਿਓ, ਉਹਨੂੰ ਖਰੀਦਿਓ। ਉਸ ਬੰਦੇ ਨੇ ਆਪਣਾ ਘਰ ਤੱਕ ਵੇਚ ਕੇ ਲਾਤਾ ਉਸ ਫਿਲਮ ਦੇ ਉੱਤੇ। ਉਸ ਨੂੰ ਫਿਲਮ ਨੂੰ ਦੇਖ ਕੇ ਤੁਹਾਨੂੰ ਅਮਰ ਸਿੰਘ ਚਮਕੀਲੇ ਦੇ A ਤੋਂ Z ਤੱਕ ਦਰਸ਼ਨ ਹੋ ਜਾਣਗੇ। ਉਹ ਦੇਖਣਾ, ਉਹ ਖਰੀਦਣਾ ਚਮਕੀਲੇ ਲਈ ਸਭ ਤੋਂ ਸੱਚੀ ਸ਼ਰਧਾਂਜਲੀ ਹੋਗੀ। ਇੱਕ ਵਾਰੀ ਮੈਂ ਤੁਹਾਡੇ ਬੰਨਿਓ, ਬਾਹਰ ਜਿਹੜੇ ਵੀਰ ਸੱਤ ਸਮੁੰਦਰ ਪਾਰ ਬੈਠੇ ਉਹਨਾਂ ਬੰਨਿਓ, ਔਰ ਸਾਰੇ ਪੰਜਾਬ ਨਿਵਾਸੀਆਂ ਬੰਨਿਓ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਸਾਡੇ ਨਾਲ ਇਹਨਾਂ ਨੇ ਆਪਦੇ ਪਲ ਜ਼ਿੰਦਗੀ ਦੇ ਸਾਂਝੇ ਕੀਤੇ। ਇੱਕ ਵਾਰ ਫੇਰ ਜੀ ਤੁਹਾਡਾ ਧੰਨਵਾਦ ਜੀ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਸੋ ਵੀਰੋ ਇਹ ਆ ਵੀ ਆਪਣੇ ਬੱਚਿਆਂ ਨੂੰ ਚਮਕੀਲਾ ਸੁਣਾਇਆ ਕਰੋ, ਸੁਣਿਆ ਕਰੋ। ਚਮਕੀਲੇ ਦੇ ਗੀਤਾਂ ਦੇ ਵਿੱਚ ਤੁਹਾਨੂੰ ਠੇਠ ਪੰਜਾਬੀ ਮਿਲੂਗੀ, ਕਿੱਦਾਂ ਪੰਜਾਬੀ ਬੋਲਣੀ ਆ ਇਹ ਪਤਾ ਲੱਗੂਗਾ, ਤੇ ਗਾਇਕੀ ਦੇ ਨਵੇਂ ਸੁਪਨੇ ਤੁਹਾਡੇ 'ਚ ਪੈਦਾ ਹੋਣਗੇ। ਉਸ ਆਤਮਾ ਨੂੰ ਆਪਣੇ ਨੇੜੇ ਨਵਾਜ ਕੇ ਤੇ ਰੱਖੋ ਤੇ ਚਮਕੀਲੇ ਨੂੰ ਸੁਣਦੇ ਰਹੋ। ਚਮਕੀਲਾ ਇਨਸਾਈਕਲੋਪੀਡੀਆ ਪੰਜਾਬੀ ਗਾਇਕੀ ਦਾ। ਚਮਕੀਲੇ ਨੂੰ ਭੁੱਲਿਓ ਨਾ, ਉਸਨੇ ਦੁਨੀਆ ਤੋਂ ਨਹੀਂ ਮਰਨਾ। ਜਿਸ ਦਿਨ ਦੁਨੀਆ ਫਨਾਹ ਹੋਊਗੀ ਉਸ ਦਿਨ ਚਮਕੀਲੇ ਦਾ ਨਾਂ ਇਸ ਦੁਨੀਆ ਤੋਂ ਜਾਊਗਾ। ਅਗਲੀ ਵਾਰ ਚਮਕੀਲਾ ਫੇਰ ਜਨਮ ਲੈ ਕੇ ਆਊਗਾ ਤੇ ਫੇਰ ਤੁਹਾਡੇ ਨਾਲ ਇੱਦਾਂ ਦੀਆਂ ਆਪਣੀਆਂ ਕਾਵਕ ਲਾਈਨਾਂ ਸਾਂਝੀਆਂ ਕਰਦਾ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।